ਤੇ 90 ਦਾ ਦਸ਼ਕ ਜਿਹੜਾ ਸੀਗਾ ਉਹ ਪੰਜਾਬ ਦੇ ਲਈ ਇੱਕ ਕਾਲਾ ਦੌਰ ਸੀਗਾ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਨੌਜਵਾਨਾਂ ਦੀ ਆਵਾਜ਼ ਨੂੰ ਚੁੱਕਿਆ ਸੀ ਜਿਨ੍ਹਾਂ ਨੂੰ ਜਸਵੰਤ ਸਿੰਘ ਖਾਲੜਾ ਦੀ ਮਨੁੱਖਤਾ ਪੱਖੀ ਸੋਚ ਉਹਨਾਂ ਦੇ ਵਿਰੁੱਧ ਜੋ ਆਵਾਜ਼ ਉਠਾਉਣੀ ਬਣਦੀ ਸੀ ਉਸ ਟਾਈਮ ਤੇ, ਬੇਸ਼ੱਕ ਆਵਾਜ਼ ਤਾਂ ਹੋਰ ਤਰ੍ਹਾਂ ਨੇ ਉਠਾਈ, ਪਰ ਉਹਨਾਂ ਦੇ ਨਾਲ ਜੋ ਉਸ ਆਵਾਜ਼ ਉਠਾਉਣ ਵਾਲੀ ਧਿਰ ਦੇ ਨਾਲ ਜੋ ਉਸ ਟਾਈਮ ਦੇ ਭਾਰਤੀ ਹਾਕਮਾਂ ਨੇ ਕੀਤਾ, ਖਾਲੜਾ ਸਾਹਿਬ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਸੀ ਵੀ ਇਹ ਅੱਤਵਾਦੀਆਂ ਦਾ ਹਮਾਇਤੀ ਹੈ। ਕਿਸੇ ਨੂੰ ਕੋਈ ਰੋਸ ਨਹੀਂ, ਦੋ ਫੌਜਾਂ ਲੜਦੀਆਂ ਨੇ, ਇੱਕ ਕਹਿੰਦਾ ਸਾਡੇ ਸ਼ਹੀਦ ਹੋ ਗਏ, ਦੂਜਾ ਕਹਿੰਦਾ ਫਲਾਣੇ ਦੇ ਮਾਰੇ ਗਏ, ਉਹ ਵੱਖਰਾ ਮਸਲਾ। ਇੱਥੇ ਇਹ ਸੀ ਵੀ ਜਦੋਂ ਕੋਈ ਝੂਠਾ ਪੁਲਿਸ ਮੁਕਾਬਲਾ ਕਰਕੇ ਫਿਰ ਉਹਦੀ ਲਾਸ਼ ਵੀ ਉਹਨੂੰ ਨਹੀਂ ਦਿੱਤੀ ਜਾ ਰਹੀ, ਇਹ ਸੀ ਮੇਨ ਖਾਲੜਾ ਸਾਹਿਬ ਦਾ ਵੀ ਮਨੁੱਖੀ ਹੱਕ ਕੀ ਨਹੀਂ। ਵੀ ਮੁੱਖ ਮੰਤਰੀ ਅਕਾਲੀ ਦਲ ਦਾ ਹੋਵੇ ਤੇ ਬਾਦਲ ਦੇ ਕਰਿੰਦੇ ਅੱਜ ਹੁਣ ਕਹਿ ਰਿਹਾ ਵੀ ਉਹ ਸਾਡੀ ਗਲਤੀ ਨਹੀਂ ਸੀ, ਉਹ ਬੀਜੇਪੀ ਦੇ ਪ੍ਰੈਸ਼ਰ ਕਰਕੇ ਲੱਗਾ। ਜੇ ਤੁਸੀਂ ਤਾਂ ਵਾਕਈ ਪਤੀ ਪਤਨੀ ਤੋਂ ਵੀ ਭੈੜਾ ਤੁਹਾਡਾ ਰਿਸ਼ਤਾ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਕਹਿੰਦੇ ਰਹੇ ਕਿ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ। ਜਿਹਦੇ ਖਾੜਕੂ ਜਿਹੜੀ ਉਹ ਕਮਜ਼ੋਰ ਸੀ ਤੇ ਖਾਲੜਾ ਸਾਹਿਬ ਉਹਨਾਂ ਨਾਲੋਂ ਜ਼ਿਆਦਾ ਬਹਾਦਰ ਸੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਰੋਜ਼ਾਨਾ ਪ੍ਰਾਈਮ ਨਿਊਜ਼ ਵੇਖ ਰਹੇ ਹੋ। ਮੈਂ ਤੁਹਾਡਾ ਆਪਣਾ ਦਲਜੀਤ ਸਿੰਘ। ਤੇ 90 ਦਾ ਦਸ਼ਕ ਜਿਹੜਾ ਸੀਗਾ ਉਹ ਪੰਜਾਬ ਦੇ ਲਈ ਇੱਕ ਕਾਲਾ ਦੌਰ ਸੀਗਾ ਔਰ ਉਸ ਟਾਈਮ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਨੌਜਵਾਨਾਂ ਦੀ ਆਵਾਜ਼ ਨੂੰ ਚੁੱਕਿਆ ਸੀ ਜਿਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਸੀਗਾ। 25,000 ਤੋਂ ਵੀ ਵੱਧ ਨੌਜਵਾਨਾਂ ਨੂੰ ਉਸ ਟਾਈਮ ਤੇ ਮਾਰ ਦਿੱਤਾ ਗਿਆ ਸੀ ਔਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਲਵਾਰਸ ਜਿਹੜਾ ਹੈ ਉਹ ਛੱਡ ਦਿੱਤਾ ਜਾਂਦਾ ਸੀਗਾ ਔਰ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਉਹਨਾਂ ਦੀ ਆਵਾਜ਼ ਨੂੰ ਚੱਕਿਆ ਸੀ। ਉਹਨਾਂ ਦੇ ਨਾਲ ਲੰਮਾ ਸਮਾਂ ਰਹੇ। ਸਾਡੇ ਨਾਲ ਅੱਜ ਮੌਜੂਦ ਨੇ ਹਰਦਿਆਲ ਸਿੰਘ ਜੀ ਘਰਿਆਲਾ ਸਾਹਿਬ। ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਾਣਾਂਗੇ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸੋਚ, ਸ਼ਹਾਦਤ ਅਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤਸ਼ੱਦਦ ਵੀ ਜਿਹੜਾ ਹੈ ਉਹ ਪੁਲਿਸ ਦਾ ਉਸ ਟਾਈਮ ਤੇ ਚੱਲਿਆ। ਘਰਿਆਲਾ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ। ਧੰਨਵਾਦ। ਲੰਮਾ ਸਮਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂ ਸੋਚ ਉਹਨਾਂ ਦੀ ਦੇ ਬਾਰੇ, ਕਿਸ ਤਰੀਕੇ ਦੇ ਨਾਲ ਉਹ ਪੰਜਾਬ ਦਾ ਮਾਹੌਲ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਪੰਜਾਬ ਦੇ ਨੌਜਵਾਨਾਂ ਦੀ ਉਸ ਟਾਈਮ ਤੇ ਆਵਾਜ਼ ਨੂੰ ਚੁੱਕਿਆ ਜੀ। ਜਸਵੰਤ ਸਿੰਘ ਖਾਲੜਾ ਦੀ ਮਨੁੱਖਤਾ ਪੱਖੀ ਸੋਚ ਸੀ ਵੀ ਹਰ ਮਨੁੱਖ ਦੇ ਬਰਾਬਰਤਾ ਦੇ ਉਹਦੇ ਅਧਿਕਾਰ ਹੋਣ, ਕਾਨੂੰਨ ਦਾ ਰਾਜ ਹੋਵੇ, ਕਿਸੇ ਨਾਲ ਵਧੀਕੀ ਨਾ ਹੋਵੇ। ਇਹ ਮੇਨ ਉਹਨਾਂ ਦੀ ਸੋਚ ਸੀ। ਜਿਸ ਤਰ੍ਹਾਂ ਆਪਾਂ ਜਿਹੜੇ ਖਿੱਤੇ 'ਚ ਰਹਿ ਰਹੇ ਹਾਂ, ਕੁਦਰਤੀ ਹੁੰਦਾ ਹੈ ਵੀ ਆਪਣੇ ਖਿੱਤੇ ਨਾਲ ਜੋ ਵਧੀਕੀਆਂ ਹੋ ਰਹੀਆਂ ਉਹਨਾਂ ਦੇ ਵਿਰੁੱਧ ਜੋ ਆਵਾਜ਼ ਉਠਾਉਣੀ ਬਣਦੀ ਸੀ ਉਸ ਟਾਈਮ ਤੇ, ਬੇਸ਼ੱਕ ਆਵਾਜ਼ ਤਾਂ ਹੋਰ ਤਰ੍ਹਾਂ ਨੇ ਉਠਾਈ, ਪਰ ਉਹਨਾਂ ਦੇ ਨਾਲ ਜੋ ਉਸ ਆਵਾਜ਼ ਉਠਾਉਣ ਵਾਲੀ ਧਿਰ ਦੇ ਨਾਲ ਜੋ ਉਸ ਟਾਈਮ ਦੇ ਭਾਰਤੀ ਹਾਕਮਾਂ ਨੇ ਕੀਤਾ, ਪੰਜਾਬ ਪੁਲਿਸ ਰਾਹੀਂ ਜਾਂ CRP ਰਾਹੀਂ, ਤੇ ਉਹਨਾਂ ਦੇ ਜਿਹੜੇ ਜ਼ੁਲਮ ਸੀ ਉਹ ਬੜੀ ਲੰਮੀ ਦਾਸਤਾਨ ਜਿਸ ਤਰ੍ਹਾਂ ਤੁਸੀਂ ਦੱਸੀ ਆ। ਤੇ ਉਹ ਦਾਸਤਾਨ ਦੇ ਵਿੱਚ ਜਿਹੜੇ ਸੀ ਬੇਸ਼ੱਕ ਮੁਕਾਬਲੇ ਝੂਠੇ ਹੋਣ ਜਾਂ ਅਸਲੀ ਹੋਣ, ਉਹਨਾਂ ਦਾ ਵਿਸ਼ਾ ਫਿਰ ਵੱਖਰਾ ਬਣਦਾ। ਅਸਲ ਸੀ ਜਿਹੜੀ ਉਹਨਾਂ ਦੀ ਰੂਹ ਨੂੰ ਝੰਜੋੜਿਆ ਜਿਹੜੀ ਗੱਲ ਨੇ ਉਹ ਸੀ ਵੀ ਇੱਕ ਵੇਖੋ ਮਨੁੱਖਤਾ ਦਾ ਇੱਕ ਨੈਤਿਕਤਾ ਜਿਹੜੀ ਆ ਸਾਡੀ, ਵੀ ਜੇ ਕੋਈ ਮਾਰਿਆ ਜਾਂਦਾ ਤੇ ਉਹਦੇ ਪਰਿਵਾਰਕ ਮੈਂਬਰ ਬਾਅਦ ਦੇ ਵਿੱਚ ਜੋ ਧਰਮ ਦੀਆਂ ਸਾਰੀਆਂ ਰਵਾਇਤਾਂ ਉਹਦੇ ਮੁਤਾਬਕ ਸੰਸਕਾਰ ਕਰਦੇ ਆ। ਤੇ ਇੱਥੇ ਤਾਂ ਚੰਬੇ ਦੀ ਗੱਲ ਵੀ ਇੱਕ ਤਾਂ ਮਾਰੇ ਚੋਂ ਝੂਠੇ ਪੁਲਿਸ ਮੁਕਾਬਲੇ 'ਚ ਘਰਾਂ 'ਚੋਂ ਚੁੱਕ ਕੇ ਹਵਾਲਾਤਾਂ 'ਚੋਂ ਜੇਲ੍ਹਾਂ 'ਚੋਂ ਕੱਢ ਕੇ ਲਿਆ ਕੇ ਜਿਹੜੇ ਨੌਜਵਾਨ ਬਜ਼ੁਰਗ, ਇਹ ਬੀਬੀਆਂ ਤੱਕ ਮਾਰੇ। ਇੱਥੋਂ ਤੱਕ ਵੇਖੋ ਬੀਬੀ ਆਪਣਾ ਜਿਹੜੀ ਪਰਮਜੀਤ ਪੰਜਵੜ ਦੀ ਮਾਤਾ ਤੇ ਬਾਬਾ ਗੁਰਬਚਨ ਸਿੰਘ ਮਾਨੋਵਾਲ ਦੀ ਮਾਤਾ ਦੇ ਨਾਲ ਇਹਨਾਂ ਨੇ ਤਸ਼ੱਦਦ ਕੀਤਾ, ਉਹਨਾਂ ਨੂੰ ਹਵਾਲਾਤ ਥਾਣਿਆਂ ਦੇ ਵਿੱਚ ਰੱਖਿਆ। ਇਹ ਜਦੋਂ ਸਾਰਾ ਕੁਝ ਖਾਲੜਾ ਸਾਹਿਬ ਨੂੰ ਪਤਾ ਲੱਗਾ
ਉਹਨਾਂ ਨੇ ਫਿਰ ਇਹਦੀ ਮੁਹਿੰਮ ਸ਼ੁਰੂ ਕੀਤੀ। ਉਹ ਹੁਣ ਸਾਰੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਕਿਸ ਤਰ੍ਹਾਂ ਖਾਲੜਾ ਸਾਹਿਬ ਨੇ ਇੱਥੇ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਉਹਨਾਂ ਦਾ ਸਾਰਾ ਰਿਕਾਰਡ ਲੱਭਿਆ, ਤੇ ਸ਼ਮਸ਼ਾਨ ਘਾਟਾਂ ਦਾ ਜਿਹੜਾ ਰਜਿਸਟਰ ਸੀ ਉਹਦੇ ਵਿੱਚ ਸਪਸ਼ਟ ਦਰਜ ਸੀ ਵੀ ਕਿਹੜਾ ਪੁਲਿਸ ਵਾਲਾ ਥਾਣੇਦਾਰ ਲੈ ਕੇ ਆਇਆ, ਕਿੰਨੇ ਨੌਜਵਾਨ ਨੇ, ਉਹਨਾਂ ਦੇ ਨਾਂ ਕੀ ਨੇ। ਤੇ ਫਿਰ ਵੇਖੋ ਕਿੰਨਾ ਘਟੀਆ ਕਾਨੂੰਨ ਆ ਉਸੇ, ਕਿਉਂਕਿ ਉਸ ਟਾਈਮ ਦੇ ਤਾਂ ਇੱਕ ਜੰਗਲ ਦਾ ਰਾਜ ਬਣਿਆ ਪਿਆ ਸੀ, ਪੁਲਿਸ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਸੀ, ਸਿਰਫ ਇਹੀ ਸੀ ਉਹਨਾਂ ਦੀ ਪ੍ਰੋਗਰੈਸ ਵੀ ਅੱਜ ਤੁਸੀਂ ਕਿੰਨੇ ਮੁੰਡੇ ਮਾਰੇ ਆ। ਹੁਣ ਜਦੋਂ ਉੱਥੇ ਨਾਂ ਰਜਿਸਟਰ ਦੇ ਵਿੱਚ ਦਰਜ ਹੋ ਗਿਆ, ਸਾਰਾ ਉਹਦਾ ਪਿੰਡ, ਸਾਰਾ ਕੁਝ ਐਡਰੈਸ ਲਿਖਿਆ ਪਿਆ, ਤੇ ਫਿਰ ਵੀ ਉਹਨੂੰ ਲਵਾਰਸ ਕਰਾਰ ਦੇ ਕੇ ਸਾੜਨਾ, ਇਹ ਖਾਲੜਾ ਸਾਹਿਬ ਦਾ ਜਿਹੜਾ ਉਹ ਜਰ ਨਹੀਂ ਸਕਦੇ। ਉਹਨਾਂ ਦੀ ਤਾਂ ਰੂਹ ਕੰਬਦੀ ਸੀ ਵੀ ਇੰਨਾ ਸਾਡੇ ਤੇ ਤਸ਼ੱਦਦ ਵੀ ਹੋ ਰਿਹਾ ਤੇ ਸਾਨੂੰ ਜਿਸ ਤਰ੍ਹਾਂ ਰੋਣ ਵੀ ਨਹੀਂ ਦੇ ਰਹੇ। ਸਾਡੇ ਜਿਹੜੇ ਮਸਲੇ ਨੇ ਉਹ ਤਾਂ ਬਾਅਦ ਦੀ ਗੱਲ, ਉਹ ਤਾਂ ਪਿਛਲੇ ਨੰਬਰ ਤੇ ਚਲੇ ਗਏ ਵੀ ਜਿਹੜੇ ਨੌਜਵਾਨ ਕੋਈ ਥੋੜਾ ਬਹੁਤਾ ਵੀ ਜਵਾਨੀ ਦੇ ਵਿੱਚ ਕੋਈ ਪੈਰ ਧਰਿਆ ਕਿਸੇ ਨੇ। ਹੁਣ ਉਸ ਟਾਈਮ ਤੇ ਪੁਲਿਸ ਕੀ ਕਰਦੀ ਸੀ, ਰਾਤ ਨੂੰ ਪੁਲਿਸ ਸਿਵਲ ਕੱਪੜੇ ਪਾ ਕੇ, ਕਿਉਂਕਿ ਉਸ ਟਾਈਮ ਤੇ ਸੀਆਰ ਪੁਲਿਸ ਦੇ ਕੋਲ ਵੀ ਸਾਲਟਾਂ ਸੀ, ਲੋਕਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਕੌਣ ਆ ਗਿਆ। ਤੇ ਜਿਹੜਾ ਮਰਜ਼ੀ ਭਾਵੇਂ ਕੋਈ ਖਾੜਕੂ ਹੋਵੇ ਜਾਂ ਕੋਈ ਅੱਤਵਾਦੀ ਕਵੇ ਜਾਂ ਜਿਹੜਾ ਵੀ ਰਾਤ ਨੂੰ ਜਦੋਂ ਵੀ ਕੋਈ ਕਿਸੇ ਨੂੰ ਕਹਿੰਦਾ ਵੀ ਅਸੀਂ ਚਾਹ ਪੀਣੀ ਆ, ਦੁੱਧ ਦਾ ਰੋਟੀ ਆ, ਉਹ ਤਾਂ ਹਰ ਇੱਕ ਦੀ ਡਿਊਟੀ ਵੀ ਬਣਦੀ ਆ। ਤੇ ਉਸ ਟਾਈਮ ਦੇ ਉੱਪਰ ਤਾਂ ਡਿਊਟੀ ਮਜਬੂਰੀ ਵੀ ਬਣੀ ਪਈ ਸੀ, ਇਹ ਨਹੀਂ ਸੀ ਕਿ ਲੋਕ ਕੋਈ ਸ਼ੌਂਕ ਨਾਲ ਸੀ। ਹੋ ਸਕਦਾ ਸ਼ੌਂਕ ਨਾਲ ਵੀ ਕਿਸੇ ਨੂੰ ਕੋਈ ਰੋਟੀ ਖਵਾਉਣੀ ਕੋਈ ਉਹ ਜੁਰਮ ਨਹੀਂ ਬਣਦਾ। ਰਾਤ ਨੂੰ ਉਹੀ ਪੁਲਿਸ ਵਾਲੇ ਜਦੋਂ ਰੋਟੀ ਖਾ ਕੇ ਜਾਂਦੇ ਸੀ ਤੇ ਦਿਨੇ ਫਿਰ ਜਿਹੜੇ ਨੌਜਵਾਨ ਨੇ ਰੋਟੀ ਖਵਾਈ ਹੁੰਦੀ ਸੀ। ਏਡੀ ਕਮੀਨਗੀ ਵਾਲੀ ਗੱਲ ਵੀ ਉਹ ਇੱਕ ਫੀਤੀਆਂ ਮੋਢਿਆਂ ਤੇ ਲਵਾਉਣ ਵਾਸਤੇ ਉਹਨਾਂ ਹੀ ਨੌਜਵਾਨਾਂ ਨੂੰ ਜਿਹੜੇ ਉਹਨੂੰ ਰਾਤ ਰੋਟੀ ਪਰੋਸ ਕੇ ਖਵਾ ਰਹੇ ਸੀ, ਉਹਨਾਂ ਨੇ ਅਗਲੇ ਦਿਨ ਕਿਸੇ ਨਹਿਰ ਦੇ ਕੰਢੇ ਤੇ, ਦਰਿਆ ਦੇ ਕੰਢੇ ਤੇ ਲਿਜਾ ਕੇ ਮਾਰ ਕੇ ਫਿਰ ਲਵਾਰਸ ਕਰਾਰ ਦੇ ਦੇਣਾ। ਇਹ ਖਾਲੜਾ ਸਾਹਿਬ ਤੋਂ ਬਰਦਾਸ਼ਤ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਕੋਈ ਲਿਸਟ ਜਿਹੜੀ ਆ ਇੱਥੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਜਿਹੜੇ ਸ਼ਮਸ਼ਾਨ ਘਾਟ, ਤਿੰਨਾਂ ਸ਼ਮਸ਼ਾਨ ਘਾਟਾਂ ਦੀ, ਉਹਨਾਂ ਨੇ ਕੋਈ 2500 ਦੇ ਕਰੀਬ ਇਹਦੀ ਗਿਣਤੀ ਕੀਤੀ। ਤੇ ਇੱਥੋਂ ਹੀ ਉਹਨਾਂ ਨੇ ਐਸਟੀਮੇਟ ਲਾ ਲਿਆ ਕਿ ਜੇ ਇਹ ਤਿੰਨਾਂ ਸ਼ਮਸ਼ਾਨ ਘਾਟਾਂ ਦੇ ਵਿੱਚ 2500 ਇਹ ਨੌਜਵਾਨ ਬਜ਼ੁਰਗ ਪੰਜਾਬ ਦੇ ਮਾਰੇ ਆ, ਤੇ ਸਾਰੇ ਪੰਜਾਬ ਦਾ ਉਹਨਾਂ ਨੇ ਐਸਟੀਮੇਟ ਲਾਤਾ ਵੀ 25000 ਇਹ ਲਵਾਰਸ ਕਰਾਰ ਦੇ ਕੇ ਤੇ ਸ਼ਮਸ਼ਾਨ ਘਾਟਾਂ 'ਚ ਸੰਸਕਾਰ ਕੀਤਾ। ਤੇ 25000 ਹੀ ਉਹਨਾਂ ਦਾ ਐਸਟੀਮੇਟ ਸੀ ਵੀ ਦਰਿਆਵਾਂ ਦੇ ਵਿੱਚ ਵੀ ਰੋੜਿਆ ਆ, ਕਿਉਂਕਿ ਪੁਲਿਸ ਨੂੰ ਜਿਹੜਾ ਵੀ ਸੌਖਾ ਤਰੀਕਾ ਲੱਗਦਾ ਸੀ ਉਹ ਤਰੀਕਾ ਹੀ ਅਪਣਾਉਂਦੇ ਸੀ, ਕਿਉਂਕਿ ਉਸ ਟਾਈਮ ਦੇ ਉੱਪਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਕਈ ਕਹਾਣੀਆਂ ਇਹੋ ਜਿਹੀਆਂ ਹੈਗੀਆਂ ਨੇ ਕਿ ਜਦੋਂ ਇਹ ਦਰਿਆ ਦੇ ਕੰਢੇ ਤੇ, ਨਹਿਰ ਦੇ ਕੰਢੇ ਤੇ ਜਾ ਕੇ ਰੋੜਦੇ ਸੀ, ਗੋਲੀਆਂ ਪਹਿਲਾਂ ਮਾਰ ਕੇ ਤੇ ਫਿਰ ਦਰਿਆ 'ਚ ਰੋੜਨਾ। ਉਸ ਤੋਂ ਬਾਅਦ ਜਿਹੜੇ ਵੀ ਵਿੱਚੋਂ ਕੁਝ ਬੰਦਿਆਂ ਨੇ ਦੱਸਿਆ ਕਿ ਇਹ ਭੰਗੜੇ ਪਾਉਂਦੇ ਸੀ, ਸ਼ਰਾਬਾਂ ਪੀ ਕੇ। ਇਹਨਾਂ ਨੇ ਐ ਸਮਝਣਾ ਵੀ ਪਤਾ ਨਹੀਂ ਇਹ ਕਿਹੜੀ ਜੰਗ ਜਿੱਤ ਲਈ ਹੁੰਦੀ ਆ, ਪਰ ਏਡੇ ਕਹਿਰ ਵੇਖੋ ਪੁਲਿਸ ਮਹਿਕਮੇ ਵਾਲੇ ਅੱਜ ਵੀ ਇਹਨਾਂ ਦੇ ਵਿੱਚ। ਚਲੋ ਹੁਣ ਤਾਂ ਉਹ ਪਹਿਲਾਂ ਜਿਹੜੇ ਹੀ ਜ਼ਾਲਮ ਲੋਕ ਚਲੇ ਗਏ, ਅਜੇ ਵੀ ਦੂਜੇ ਦਰਜੇ ਦਾ ਜਿਹੜਾ ਤਸ਼ੱਦਦ ਪੰਜਾਬ ਪੁਲਿਸ ਲਗਾਤਾਰ ਹੁਣ ਵੀ ਕਰ ਰਹੀ ਆ। ਬੇਸ਼ੱਕ ਹੁਣ ਮੀਡੀਆ ਆਉਣ ਦਾ ਆ ਗਿਆ, ਉਹਦੇ ਤੋਂ ਡਰਦਿਆਂ ਕਈ ਵਾਰੀ ਇਹ ਕੁਝ ਨਹੀਂ ਕਰਦੇ। ਇਹ ਇੰਨੀਆਂ ਘਿਨਾਉਣੀਆਂ ਪੁਲਿਸ ਨੇ ਤੇ ਸੀਆਰਪੀ ਨੇ ਜਿਹੜੀਆਂ ਆਪਣਾ ਕਾਰਵਾਈਆਂ ਪੰਜਾਬ ਦੇ ਵਿੱਚ ਕੀਤੀਆਂ। ਸੀਆਰਪੀ ਵਾਲੇ ਜਿਹੜੇ ਸੀ ਉਹਨਾਂ ਦਾ ਕਮੀਨਗੀ ਇੱਥੋਂ ਤੱਕ ਵੀ ਜੇ ਕਿਸੇ ਨੇ ਗੋਲ ਪੱਗ ਬੱਧੀ ਆ, ਦਾੜਾ ਰੱਖਿਆ ਆ ਤੇ ਅੰਮ੍ਰਿਤ ਨਹੀਂ ਵੀ ਛਕਿਆ, ਅੰਮ੍ਰਿਤ ਵਾਲੀ ਤਾਂ ਬਾਅਦ ਦੀ ਗੱਲ ਹੋ ਗਈ, ਫਿਰ ਪੁਲਿਸ ਵਾਲੇ ਹੱਥ ਦੇਖਦੇ ਸੀ। ਹੁਣ ਜੇ ਮੇਰੇ ਵਰਗਾ ਨੌਕਰੀ ਕਰ ਰਿਹਾ ਤੇ ਉਧਰਤੇ ਵੀ ਹੱਥ ਕੂਲੇ ਆ, ਸਾਫ ਆ, ਤੇ ਜਿਹਦੇ ਵੀ ਹੱਥ ਕੂਲੇ ਹੁੰਦੇ ਸੀ ਉਹਨੂੰ ਕਹਿੰਦੇ ਸੀ ਚੱਲ ਤੇ ਉਹਨੂੰ ਕੰਮ ਕਰਨਾ ਸਿਖਾਉਣੇ। ਇਹ ਇਹਨਾਂ ਨੇ ਪੈਮਾਨਾ ਰੱਖਿਆ ਸੀ। ਖੁਦ ਮੇਰੇ ਨਾਲ ਕਈ ਵਾਰੀ ਹੋਇਆ, ਹੱਥ ਦੇਖਦੇ ਸੀਆਰਪੀ ਵਾਲੇ ਪੁਲਿਸ ਵਾਲੇ, ਉਹਨਾਂ ਨੂੰ ਪਿੱਛੋਂ ਸਿਖਾ ਕੇ ਘੱਲਿਆ ਜੋ ਭਾਰਤੀ ਏਜੰਸੀਆਂ ਨੇ ਵੀ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਉੱਥੇ ਗ੍ਰਿਫਤਾਰ ਕਰਨਾ ਹੈ। ਤੁਰੇ ਜਾਂਦਿਆਂ ਨੂੰ ਮੋਟਰਸਾਈਕਲ ਤੇ ਕੋਈ ਜਾ ਰਿਹਾ, ਉਸ ਟਾਈਮ ਤੇ ਕਾਰਾਂ ਤਾਂ ਹੁੰਦੀਆਂ ਨਹੀਂ ਸੀ, ਮੋਟਰਸਾਈਕਲ ਹੀ ਜ਼ਿਆਦਾ ਹੁੰਦੇ ਸੀ, ਤੇ ਡੱਕ ਕੇ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਹਵਾਲਾਟ 'ਚ ਦੇ ਦਿਓ, ਜਾ ਕੇ ਪੁਲਿਸ ਮੁਕਾਬਲਾ ਬਣਾ ਦਿਓ, ਕੋਈ ਪੁੱਛਣ ਗਿੱਛਣ ਵਾਲਾ ਹੈ ਹੀ ਨਹੀਂ ਸੀ। ਕਿਉਂਕਿ ਉੱਪਰੋਂ ਜਦੋਂ KP ਸਕੇਲ ਆਇਆ, ਬੇਸ਼ੱਕ ਪਹਿਲਾਂ ਜਿਹੜਾ ਰਿਬੇਰੋ ਸੀ ਉਸ ਟਾਈਮ ਦੇ ਉੱਪਰ ਲੜਾਈ ਹੋਰ ਤਰ੍ਹਾਂ ਦੀ ਸੀ, ਚਲੋ ਉਹ ਵੱਖਰਾ ਵਿਸ਼ਾ। ਜਦੋਂ KP ਗਿੱਲ ਨੂੰ ਇਹਨਾਂ ਨੇ ਉੱਤੋਂ ਸੈਂਟਰ ਸਰਕਾਰ ਨੇ ਭੇਜਿਆ ਆ ਸਪੈਸ਼ਲੀ, ਇਹ ਵੇਖੋ ਫਿਰ ਸਿੱਖੀ ਬਾਣੇ ਦੇ ਵਿੱਚ ਆ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਸਿੱਖਾਂ ਦਾ ਰਾਜ ਹੋਵੇ ਤੇ ਫਿਰ ਖਰੇ ਸਾਡੇ ਨਾਲ ਕੀ ਹੋਵੇ। ਇਹ ਸਿੱਖ ਬਾਣੇ ਦੇ ਵਿੱਚ, ਸਿੱਖ ਪਹਿਰਾਵੇ ਦੇ ਵਿੱਚ ਏਡੇ ਕਹਿਰ ਅਫਸਰ ਜਿਹੜੇ KP ਗਿੱਲ ਆ, ਮੈਂ ਕਹਿੰਦਾ ਵੀ ਇਹਦਾ ਜਿਸ ਤਰ੍ਹਾਂ ਦੁਰਵਿਹਾਰ ਹੋਇਆ ਅਖੀਰ ਦੇ ਉੱਪਰ, ਇਹ ਤਾਂ ਜੇ ਕੋਈ ਅੱਜ ਵੀ ਕਿਸੇ ਦੀ ਜ਼ਮੀਰ ਜਿੰਦਾ ਹੋਵੇ ਨਾ, ਤੇ KP ਗਿੱਲ ਦੀਆਂ ਜਿਹੜੀਆਂ ਅੰਤਮ ਰਵਾਇਤਾਂ, ਅੰਤਮ ਰਸਮਾਂ ਹੈ, ਉਹ ਨਹੀਂ ਪੂਰੀਆਂ ਕਿਸੇ ਤਰੀਕੇ ਨਾਲ ਉਹ ਕਰ ਸਕਿਆ। ਜੇ ਹੁਣ KP ਗਿੱਲ ਦਾ ਪਰਿਵਾਰ ਜਾਂ ਉਹਦੇ ਜਿੰਨੇ ਵੀ ਪੈਰੋਕਾਰ ਨੇ ਜਿਹੜੇ, ਜਾਂ ਕਿਤੇ ਆਪ ਹੀ, ਆਪਾਂ ਤਾਂ ਇਸ ਪੁਨਰ ਜਨਮ ਨੂੰ ਮੰਨਦੇ ਨਹੀਂ,
ਫਿਰ ਵੀ ਜੇ ਕਿਤੇ KPS ਗਿੱਲ ਆਣ ਕੇ ਵੇਖੇ ਵੀ ਮੇਰਾ ਹਾਲ ਕੀ ਹੋਇਆ, ਵੀ ਅੰਤਮ ਰਸਮਾਂ ਉਹਦੀਆਂ ਪੂਰੀਆਂ ਕਰਨ ਵਾਸਤੇ ਕੋਈ ਗ੍ਰੰਥੀ ਨਹੀਂ ਉੱਥੇ ਗਿਆ। ਐਡਾ ਪਾਪੀ ਬੰਦਾ ਦੇਖੋ। ਫਿਰ ਅਜੀਤ ਸਿੰਘ ਸੰਧੂ ਆ ਹੈ, ਫਿਰ ਇਹ ਵੱਖਰੀ ਗੱਲ ਆ ਵੀ ਜਸਵੰਤ ਸਿੰਘ ਖਾਲੜਾ ਵੀ ਸੰਧੂ ਆ। ਅਜੀਤ ਸਿੰਘ ਇਹਦਾ ਤਾਂ ਨਾਂ ਹੀ ਸੰਧੂ ਕਰਕੇ ਮਸ਼ਹੂਰ ਹੋਇਆ, ਤੇ ਉਹ ਅਜੀਤ ਸਿੰਘ ਸੰਧੂ ਪਾਪੀ ਆ, ਮਨੁੱਖਤਾ ਦਾ ਕਾਤਲ ਆ। ਇੱਧਰ ਜਿਹੜਾ ਜਸਵੰਤ ਸਿੰਘ ਸੰਧੂ ਆ ਇਹ ਮਨੁੱਖਤਾ ਦਾ ਰਹਿਬਰ ਆ। ਧਰਮ ਜਸਵੰਤ ਸਿੰਘ ਖਾਲੜਾ ਦੇ ਮਨ ਦੇ ਵਿੱਚ ਕੋਈ ਧਰਮ ਦੀ ਗੱਲ ਨਹੀਂ ਸੀ, ਇਹ ਸਪਸ਼ਟ ਦੱਸਣਾ ਚਾਹੀਦਾ। ਤੇ ਇਹ ਧਰਮ ਦੀ ਗੱਲ ਵੜ ਵੀ ਜਾਂਦੀ ਆ, ਉਹ ਇਦਾਂ ਵੜ ਜਾਂਦੀ ਆ ਵੀ ਜਿਹੜੇ ਪੰਜਾਬ ਦੇ ਲੋਕ ਆ ਉਹ ਮੋਰਚਾ ਕਿਹਨਾਂ ਨੇ ਲਾਇਆ, ਉਹ ਸਿੱਖ ਨੇ। ਪੰਜਾਬ ਦੀਆਂ ਮੰਗਾਂ ਵਾਸਤੇ ਇਹ ਕੌਣ ਲੜ ਰਿਹਾ, ਉਹ ਸਿੱਖ ਨੇ। ਤੇ ਕੁਦਰਤੀ ਆ ਵੀ ਜੇ ਲੜਾਕੂ ਜਿਹੜੇ ਇੱਥੋਂ ਦੇ ਆ ਉਹਨਾਂ ਦੇ ਨਾਲ ਜੋ ਅਣਮਨੁੱਖੀ ਤਸ਼ੱਦਦ ਹੋ ਰਿਹਾ, ਜਦੋਂ ਖਾਲੜਾ ਸਾਹਿਬ ਨੇ ਮਨੁੱਖੀ ਅਧਿਕਾਰ ਵਿੰਗ ਬਣਾਇਆ ਨਾ, ਇਹਦੇ ਬਾਰੇ ਬੜੇ ਲੋਕ ਜਿਹੜੇ ਕਈ ਕਮਿਊਨਿਸਟ ਸੀ ਉਦੋਂ, ਖਾਸ ਕਰਕੇ ਨਵੇਂ ਜ਼ਮਾਨੇ ਪੱਤਰਕਾਰ ਦੇ ਜਿਹੜੇ ਅਖਬਾਰ ਦੇ ਪੱਤਰਕਾਰ ਅੱਜ ਵੀ ਕਈ ਉਹਨਾਂ ਚੋਂ ਜਿਹੜੇ ਗੁਜ਼ਰ ਚੁੱਕੇ ਨੇ, ਉਹ ਵੀ ਖਾਲੜਾ ਸਾਹਿਬ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਾਉਂਦੇ ਸੀ ਵੀ ਇਹ ਅੱਤਵਾਦੀਆਂ ਦਾ ਹਮਾਇਤੀ ਆ। ਤੇ ਖਾਲੜਾ ਸਾਹਿਬ ਬਾਰੇ, ਖਾਲੜਾ ਸਾਹਿਬ ਉਸ ਟਾਈਮ ਦੇ ਉੱਪਰ ਵੀ ਇਹ ਜਿਹੜੇ ਬੁੱਧੀਜੀਵੀ ਆਪਣੇ ਆਪ ਨੂੰ ਕਹਿੰਦੇ, ਉਹਨਾਂ ਨੂੰ ਕਹਿੰਦੇ ਸੀਗੇ ਬੁੱਧੂਜੀਵੀ ਨੇ। ਤੇ ਖਾਲੜਾ ਸਾਹਿਬ ਦੇ ਕਾਗਜ਼ਾਂ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਇਹ ਸੀ ਵੀ ਜੇ ਕੋਈ ਬਰਾਬਰ ਤੇ ਮੁਕਾਬਲੇ 'ਚ ਮਾਰੇ ਗਿਆ ਤੇ ਮਾਰਿਆ ਗਿਆ, ਕਿਸੇ ਨੂੰ ਕੋਈ ਰੋਸ ਨਹੀਂ। ਦੋ ਫੌਜਾਂ ਲੜਦੀਆਂ ਨੇ, ਇੱਕ ਕਹਿੰਦਾ ਸਾਡੇ ਸ਼ਹੀਦ ਹੋ ਗਏ, ਦੂਜਾ ਕਹਿੰਦਾ ਫਲਾਣੇ ਦੇ ਮਾਰੇ ਗਏ, ਉਹ ਵੱਖਰਾ ਮਸਲਾ। ਇੱਥੇ ਇਹ ਸੀ ਵੀ ਜਦੋਂ ਕੋਈ ਝੂਠਾ ਪੁਲਿਸ ਮੁਕਾਬਲਾ ਕਰਕੇ ਫਿਰ ਉਹਦੀ ਲਾਸ਼ ਵੀ ਉਹਨੂੰ ਨਹੀਂ ਦਿੱਤੀ ਜਾ ਰਹੀ, ਇਹ ਸੀ ਮੇਨ ਖਾਲੜਾ ਸਾਹਿਬ ਦਾ ਵੀ ਮਨੁੱਖੀ ਹੱਕ ਕੀ ਨੇ। ਅਸਲ ਵਿੱਚ ਆਮ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਜੇ ਕਿਤੇ ਕੁਪੋਸ਼ਣ ਦੀ ਸਮੱਸਿਆ ਜਾਂ ਹੋਰ ਕਿਤੇ ਵਧੀਕੀਆਂ ਹੋ ਰਹੀਆਂ, ਇਹ ਜੀ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਉਹ ਵੀ ਮਨੁੱਖੀ ਹੱਕਾਂ ਦਾ ਘਾਣ ਆ। ਪਰ ਜਿਹੜੀ ਮੁਹਿੰਮ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਸੀ, ਮਨੁੱਖੀ ਅਧਿਕਾਰ ਜਥੇਬੰਦੀ ਸਥਾਪਿਤ ਕਰਕੇ, ਉਹਦੀ ਇਹ ਡਿਊਟੀ ਬਣਦੀ ਸੀ। ਇਹ ਇਸ ਕਰਕੇ ਉਹ ਮਨੁੱਖੀ ਹੱਕਾਂ ਦੀ ਜਥੇਬੰਦੀ ਬਣਾਈ ਸੀ ਵੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਉਹ ਜਦੋਂ ਲੋਕਾਂ ਦੇ ਨਾਲ ਧੱਕਾ ਕਰ ਰਹੀਆਂ ਨੇ, ਇਹ ਦੇਖੋ ਵੀ ਆਪਸ ਵਿੱਚ ਲੋਕ ਲੜ ਪੈਂਦੇ ਆ, ਉਹ ਕਿਸੇ ਨੂੰ ਕੋਈ ਗੁੱਸਾ ਗਿਲਾ ਨਹੀਂ ਹੁੰਦਾ, ਕੋਈ ਕਿਸੇ ਤੇ ਧੱਕਾ ਕਰ ਦੇਵੇ ਤੇ ਕਿਉਂਕਿ ਉਹ ਦੋ ਧਿਰਾਂ ਨੇ, ਉਹਨਾਂ ਨੂੰ ਸਜ਼ਾ ਹੁੰਦੀ ਹੈ। ਜੇ ਕੋਈ ਇੱਕ ਧਿਰ ਕਿਸੇ ਤੇ ਤਸ਼ੱਦਦ ਕਰਦੀ ਹੈ, ਕੋਈ ਕਤਲ ਕਰਦੀ ਆ, ਤੇ ਆਮ ਆਪਣੀ ਫਾਂਸੀ ਆ, ਉਮਰ ਕੈਦ ਆ ਜਾਂ ਜਿੰਨੀ ਵੀ ਸਜ਼ਾ ਮਿਲਦੀ ਆ। ਇਹ ਪਹਿਲੀ ਵਾਰੀ ਸੀ ਵੀ ਜਿਹੜੀਆਂ ਸੁਰੱਖਿਆ ਫੋਰਸਾਂ ਨੇ ਉਹ ਤਸ਼ੱਦਦ ਕਰ ਰਹੀਆਂ, ਲੋਕਾਂ ਨੂੰ ਮਾਰ ਰਹੀਆਂ ਨੇ, ਉਹਨਾਂ ਨੂੰ ਪੁੱਛਣ ਵਾਲਾ ਕੌਣ ਆ। ਉੱਥੇ ਫਿਰ ਖਾਲੜਾ ਸਾਹਿਬ ਕਹਿੰਦੇ ਸੀ ਵੀ ਮਨੁੱਖੀ ਹੱਕਾਂ ਦੀ ਜਿਹੜੀ ਜਥੇਬੰਦੀ ਆ ਇਹ ਆਵਾਜ਼ ਉਠਾਏਗੀ। ਤੇ ਭਾਵੇਂ ਇਹਨੂੰ ਕਹਿ ਲਓ ਵੀ ਇਹ ਜਿਹੜੇ ਖਾੜਕੂ ਆ ਉਹਨਾਂ ਦਾ ਮਦਈ ਸੀ, ਖਾਲੜਾ ਸਾਹਿਬ ਖਾੜਕੂਆਂ ਦਾ ਮਦਈ ਨਹੀਂ ਸੀ, ਉਹ ਇੱਕ ਮਨੁੱਖਤਾ ਦੇ ਨਾਲ ਜਿਹੜਾ ਘਾਣ ਹੋ ਰਿਹਾ ਸੀ। ਮੈਂ ਸਮਝਾਂਗਾ ਵੀ ਜੇ ਇਹ ਚੀਜ਼ ਦੀ ਵਿਆਖਿਆ ਨਾ ਕੀਤੀ ਜਾਵੇ ਤੇ ਖਾਲੜਾ ਸਾਹਿਬ ਦੇ ਮਿਸ਼ਨ ਦੇ ਨਾਲ ਇੱਕ ਹੋਰ ਅਨਿਆਏ ਆ। ਜਸਵੰਤ ਸਿੰਘ ਖਾਲੜਾ ਦੇ ਨਾਲ ਪਲਾਸੌਰ ਦਾ ਤੇ ਤਰਨਤਾਰਨ ਦੇ ਲਾਗੇ ਇੱਕ ਹਿੰਦੂ, ਉਹਦਾ ਮੈਨੂੰ ਨਾਂ ਨਹੀਂ ਹੁਣ ਯਾਦ ਆ ਰਿਹਾ, ਉਹਦਾ ਆਪਣਾ ਬਜ਼ੁਰਗ ਬੜੀ ਲੰਮੀ ਉਮਰ ਹੰਢਾ ਕੇ ਉਹ ਪਿਛਲੇ 4-5 ਸਾਲ ਹੋਏ ਗੁਜ਼ਰੇ ਆ, ਉਹਦਾ ਬੇਟਾ ਜਿਹੜਾ ਸੀ ਉਹ ਪੁਲਿਸ ਵਾਲਿਆਂ ਨੇ ਮਾਰ ਕੇ ਤੇ ਰੈਂਕ ਲਾਏ, ਤੇ ਉਹ ਵੀ ਖਾਲੜਾ ਸਾਹਿਬ ਨੇ ਉਹਦਾ ਮੁੱਦਾ ਵੀ ਚੁੱਕਿਆ। ਖਾਲੜਾ ਸਾਹਿਬ ਨੇ ਤਾਂ ਇੱਕ ਪ੍ਰਿੰਸੀਪਲ ਸੀ ਕੋਈ ਤਰਨਤਾਰਨ ਦੇ ਕਿਸੇ ਕਾਲਜ ਦੀ ਜਾਂ ਸਕੂਲ ਦੀ, ਉਹ ਪ੍ਰਿੰਸੀਪਲ ਨੂੰ ਪੰਡ ਬੰਨ੍ਹ ਕੇ ਜਿਉਂਦੀ ਉਹਨੂੰ ਦਰਿਆ ਦੇ ਵਿੱਚ ਪੁਲਿਸ ਵਾਲਿਆਂ ਨੇ ਸੁੱਟਿਆ। ਉਹਦੀਆਂ ਰਿਪੋਰਟਾਂ ਖਾਲੜਾ ਸਾਹਿਬ ਦੇ ਕੋਲ ਮਿਲੀਆਂ ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਉਹ ਮੁੱਦਾ ਵੀ ਇਹਨਾਂ ਨੇ ਉਠਾਇਆ ਵੀ ਪੁਲਿਸ ਨੇ ਤਾਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਇਸ ਤਸ਼ੱਦਦ ਦੇ ਦੌਰ ਦੇ ਵਿੱਚ। ਕਰੇਲਾ ਸਾਹਿਬ, ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਦੋਂ ਮਿਲੇ ਤੇ ਕੀ ਉਹਨਾਂ ਦੇ ਨਾਲ ਮਿਲ ਕੇ ਰਣਨੀਤੀ ਜਿਹੜੀ ਹੈ ਸਲਾਹ ਕਰਦੇ ਸੀਗੇ? ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ, ਜੋ ਨੌਜਵਾਨਾਂ ਦੇ ਨਾਲ ਹੋ ਰਿਹਾ, ਇਸ ਨੂੰ ਜਿਹੜਾ ਹੈ ਉਹ ਉਹਨਾਂ ਦੀਆਂ ਲਾਸ਼ਾਂ ਲੱਭਣ ਦੇ ਵਿੱਚ ਜਿਹੜੀ ਕਿਸ ਤਰੀਕੇ ਦੇ ਨਾਲ ਰਣਨੀਤੀ ਕਰਦੇ? ਕਿੰਨਾ ਸਮਾਂ ਤੁਸੀਂ ਜਿਹੜਾ ਉਹਨਾਂ ਦੇ ਨਾਲ ਰਹੇ ਤੇ ਕਦੋਂ ਮਿਲੇ ਸੀ? ਮਿਲਣ ਦਾ ਜਿਹੜਾ ਮੇਰਾ ਪਹਿਲਾ ਵਾਰੀ ਆ ਉਹ ਤਾਂ ਖਾਲਸਾ ਕਾਲਜ ਜਦੋਂ ਉੱਥੇ ਮੈਂ ਪੜ੍ਹਦਾ ਸੀ, ਇਹ ਕੋਈ 79-80 ਦੇ ਵਿੱਚ ਸਾਡੇ ਕੋਲ ਆਉਣਾ ਸ਼ੁਰੂ ਕੀਤਾ ਇਹਨਾਂ ਨੇ, ਕਿਉਂਕਿ ਭਾਵੇਂ ਉੱਥੇ ਨਹੀਂ ਸੀ ਪੜ੍ਹਦੇ ਪਰ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਜਿਹੜੇ ਲੋਕ ਸੀ, ਆਪਣਾ ਵਿਦਿਆਰਥੀ ਸੀ, ਉਹਨਾਂ ਦੇ ਨਾਲ ਸੀ ਇਹਨਾਂ ਦਾ ਰਾਬਤਾ। ਤੇ ਮੇਰੇ ਨਾਲ ਫਿਰ ਰਾਬਤਾ ਇਹਨਾਂ ਦਾ ਤਾਂ ਹੌਲੀ ਹੌਲੀ ਵੱਧਦਾ ਗਿਆ ਕਿ ਨੌਕਰੀ ਤੋਂ ਬਾਅਦ ਵੀ ਜਸਵੰਤ ਸਿੰਘ ਖਾਲੜਾ ਨੂੰ ਮੈਂ ਲਗਾਤਾਰ, ਕਿਉਂਕਿ ਉਹਦੀ ਜਿਹੜੀ ਸੋਚ ਨੇ ਇੰਨਾ ਪ੍ਰਭਾਵਿਤ ਕੀਤਾ ਵੀ ਇਹ ਤੇ ਬੰਦਾ ਰੱਬ ਦਾ ਰੂਪ ਆ। ਮਨੁੱਖੀ ਹੱਕਾਂ ਦਾ ਤਾਂ ਸਾਨੂੰ ਬਾਅਦ 'ਚ ਪਤਾ ਲੱਗਾ, ਇਹ ਤਾਂ ਪਹਿਲਾਂ ਹੀ ਸਨ 80 ਤੋਂ ਵੀ ਭਾਵੇਂ ਉਸ ਟਾਈਮ ਤੇ ਨਕਸਲਵਾੜੀ ਮੂਵਮੈਂਟ ਦੇ ਨਾਲ ਉਹ ਜੁੜੇ ਸੀ, ਛੋਟੀ ਜਿਹੀ ਉਮਰ ਦੇ ਵਿੱਚ
15 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਮੈਨੂੰ ਪੇਪਰ ਆਪਣਾ ਦਿਖਾਇਆ ਸੀ ਵੀ ਉਹਦਾ ਲਿਖਿਆ ਸੀ ਲੇਖਕ ਕੌਣ ਆ, ਜਸਵੰਤ ਸਿੰਘ ਸੰਧੂ, ਪਿੰਡ ਦੇ ਡਾਕਖਾਨਾ ਖਾਲੜਾ। ਉਹ ਪੇਪਰ ਕਿਤੇ ਗਵਾਚ ਗਿਆ ਕਾਗਜ਼ਾਂ ਪੱਤਰਾਂ ਦੇ ਵਿੱਚ। ਉਸ ਤੋਂ ਬਾਅਦ ਫਿਰ ਇਹਨਾਂ ਨੇ ਰਾਮ ਪਿਆਰੇ ਸਰਾਫ ਸੀ ਜਿਹੜੇ ਜੰਮੂ ਕਸ਼ਮੀਰ ਦੇ, ਉਹਨਾਂ ਦੀ ਅਗਵਾਈ ਦੇ ਵਿੱਚ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ ਸੀ, ਇਹ ਇੱਥੋਂ ਦੇ ਪੰਜਾਬ ਦੇ ਆਗੂ ਸੀ ਉਸ ਪਾਰਟੀ ਦੇ। ਤੇ ਉਹ ਜਿਹੜਾ ਰਾਮ ਪਿਆਰੇ ਸਰਾਫ ਸੀ IDP ਦਾ, ਉਹ ਐਡਾ ਵਧੀਆ ਸੀ ਬੰਦਾ। ਉਹ ਕਹਿੰਦਾ ਸੀ ਵੀ ਜਿਹੜੇ ਪੰਜਾਬ ਕੇ ਲੋਕ ਆ ਉਹ ਸभी लोग जो पंजाब की प्रॉब्लम आ, इतना जो हिंदी बोलते सी उसके साथ चलो, या उनके जो डिमांड हो उसके बारे मोर्चा लगाओ। तो खाड़ा साहब ने फिर चोले पा के गाउन पा के, मैं उधर नौकरी दौरान इतों अमृतसरों चले तो चंडीगढ़ तक साइकिल मार्च असीं कीता। उपर नारे लिखे सी पंजाब समस्या का कड्डो हल, खाड़कूआं नाल करके गल, पंजाब नूं ऑटोनमी दिओ। अजे भी मैनूं उस तरह सुपने वाकू याद ने भी पंजाब दे पाणियां दा मसला हल करो, सारा कुछ। उस तो बाद एक बार वो जो तुहानूं याद है एक बार कैमरे ते थोड़ा जिहा उसे जोश दे नाल दस्सिया जावे। वो इदां सी भी जदों खालड़ा साहब ने ਜਿਹੜਾ ਪਹਿਲਾਂ ਤਾਂ ਖਾੜਕੂਆਂ ਦੀ ਜਿਹੜੀ ਹਮਾਇਤ ਤਾਂ ਕੀ ਵੀ ਜਿਹੜੇ ਉਹਨਾਂ ਤੇ ਤਸ਼ੱਦਦ ਹੋ ਰਿਹਾ ਸੀ ਉਹਦੇ ਬਾਰੇ ਗੱਲ ਉਠਾਉਂਦੇ ਸੀ। ਉਸ ਤੋਂ ਬਾਅਦ ਤਾਂ ਫਿਰ ਉਹਨਾਂ ਨੇ ਆਪ ਹੀ ਇਹ ਗੱਲਾਂ ਸ਼ੁਰੂਆਤ ਕਰ ਲਈਆਂ। ਇੱਕ ਵਾਰੀ ਜਦੋਂ ਅਸੀਂ ਚੰਡੀਗੜ੍ਹ ਗਏ ਤੇ ਉਹਦੇ ਤੇ ਨਾਅਰੇ ਲਿਖੇ ਸੀ ਜਿਹੜੇ, ਤੇ ਉਹਦਾ ਜਿਹੜਾ ਨਾਅਰੇ ਅਸੀਂ ਗਾਉਣ ਪਾਏ ਸੀ ਲੰਬੇ। ਮੈਂ ਨੌਕਰੀ ਦੌਰਾਨ ਵੀ ਉਸ ਜਿਹੜਾ ਹੀ ਆਪਣਾ ਮਾਰਚ ਦੇ ਵਿੱਚ ਸ਼ਾਮਲ ਸੀ। ਉਹਦੇ ਤੇ ਇਹ ਸੀ ਲਿਖਿਆ ਵੀ ਪੰਜਾਬ ਸਮੱਸਿਆ ਦਾ ਕੱਢੋ ਹੱਲ, ਖਾੜਕੂਆਂ ਨਾਲ ਕਰਕੇ ਗੱਲ, ਤੇ ਪੰਜਾਬ ਨੂੰ ਆਟੋਨਮੀ ਦਿੱਤੀ ਜਾਵੇ ਜਾਂ ਪੰਜਾਬ ਨੂੰ 370 ਧਾਰਾ ਦੇ ਮੁਤਾਬਕ ਵਿਸ਼ੇਸ਼ ਅਧਿਕਾਰ ਦਿੱਤੇ ਜਾਣ। ਕਿਉਂਕਿ ਖਾਲੜਾ ਸਾਹਿਬ ਦਾ ਇਹ ਸੀ ਵੀ ਜੇ ਪੰਜਾਬ ਦੇ ਵਿੱਚ ਲੋਕ ਆ ਜਿਹੜੇ ਹਿਮਾਚਲ ਦੇ ਵਿੱਚ 1 ਇੰਚ ਜ਼ਮੀਨ ਨਹੀਂ ਖਰੀਦ ਸਕਦੇ, ਰਾਜਸਥਾਨ 'ਚ ਨਹੀਂ ਖਰੀਦ ਸਕਦੇ, ਤੇ ਪੰਜਾਬ ਦੇ ਲੋਕ ਇੱਥੇ ਕਿਉਂ ਹਰ ਕੋਈ ਤੁਰਿਆ ਆਵੇ। ਫਿਰ ਜਿਹੜੇ ਦੂਜੇ ਲੋਕ ਸੀ ਕਈ ਬੁੱਧੀਜੀਵੇ, ਉਹ ਕਹਿੰਦੇ ਸੀ ਵੀ ਸਾਡੇ ਲੋਕ ਜਦੋਂ ਯੂਪੀ 'ਚ ਜਾਂਦੇ ਆ ਜਾਂ ਬਾਹਰਲੇ ਮੁਲਕਾਂ ਜਾਂਦੇ ਆ, ਉਹਦੇ ਬਾਰੇ ਖਾਲੜਾ ਸਾਹਿਬ ਦਾ ਇਹ ਦਲੀਲ ਸੀ ਵੀ ਅਸੀਂ ਉੱਥੇ ਜਾ ਕੇ ਕੋਈ ਜ਼ਮੀਨ ਜਾਇਦਾਦ ਜਦੋਂ ਖਰੀਦਦੇ ਆ ਸਾਰੇ ਡਾਕੂਮੈਂਟ ਅਸੀਂ ਦਿੰਦੇ ਆਪਦੇ, ਪਰ ਪੰਜਾਬ ਦੇ ਵਿੱਚ ਤਾਂ ਜਿਹੜਾ ਮਰਜ਼ੀ ਬਿਨਾਂ ਕਿਸੇ ਕਾਰਡ ਤੋਂ ਸਿੱਧਾ ਹੀ ਤੁਰਿਆ ਆਉਂਦਾ ਹੈ। ਤੇ ਇਹਦੇ ਨਾਲ ਉਹਨਾਂ ਨੂੰ ਫਿਰ ਇੱਥੇ ਪੱਕੇ ਪਲਾਟ ਵੀ ਦਿੱਤੇ ਜਾ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਘੱਟ ਗਿਣਤੀ ਪਹਿਲਾਂ ਹੀ ਸਿੱਖ ਨੇ ਇਹ ਤਾਂ ਪੰਜਾਬ ਦੇ ਵਿੱਚ ਵੀ ਘੱਟ ਗਿਣਤੀ ਦੇ ਵਿੱਚ ਰਹਿ ਜਾਣਗੇ। ਇਹ ਗੱਲਾਂ ਸੀ ਜਿਹੜੀਆਂ ਬਾਰ-ਬਾਰ ਖਾਲੜਾ ਸਾਹਿਬ ਨੂੰ ਝੰਜੋੜਦੀਆਂ ਸੀ ਤੇ ਉਹ ਲਗਾਤਾਰ ਇਹ ਨਹੀਂ ਵੀ ਕਦੇ ਇਸ ਅਣਮਨੁੱਖੀ ਤਸ਼ੱਦਦ ਦੇ ਜਾਂ ਮਨੁੱਖੀ ਹੱਕਾਂ ਦੇ ਗੱਲ ਤੇ ਤੱਕ ਸੀਮਿਤ ਸੀ। ਉਹ ਇੱਕ ਪੰਜਾਬ ਨੂੰ ਸਮਝ ਲਓ ਵੀ ਇੱਕ ਆਜ਼ਾਦ ਖਿੱਤਾ ਜਿਹੜਾ ਉਹ ਚਾਹੁੰਦੇ ਸੀ ਵੀ ਵਿਦਨ ਇੰਡੀਆ ਪੰਜਾਬ ਨੂੰ ਇਹੋ ਜਿਹੀ ਖੁਦਮੁਖਤਾਰੀ ਮਿਲੇ ਵੀ ਜਿਹੜੇ ਸਾਡੇ ਮੁੱਦੇ ਆ ਹੁਣ ਅਸੀਂ ਦੇਖੋ ਭੀਖ ਮੰਗਦੇ ਜਾਂਦੇ ਆ। ਬਾਦਲ ਹਰੀ ਕੱਲ ਤਾਂ ਮੋਦੀ ਦੇ ਪੈਰੀ ਜਾ ਕੇ ਪੈਂਦੇ ਸੀ, ਕਹਿੰਦੇ ਸੀ ਪਤੀ ਪਤਨੀ ਦਾ ਰਿਸ਼ਤਾ ਸਾਡਾ। ਆ ਹੁਣ ਜਦੋਂ ਕਿਸਾਨੀ ਮਸਲੇ ਦੇ ਆਣ ਕੇ ਪੂਰੀ ਇਹਨਾਂ ਦੀ ਮਿੱਟੀ ਪਲੀਤ ਹੋਈ ਆ ਤੇ ਹੁਣ ਉਹਦੇ ਨਾਲੋਂ ਬਾਹਰ ਹੋ ਗਿਆ। ਤੇ ਹੁਣ ਇਸ ਟਾਈਮ ਦੇ ਉੱਪਰ ਇਹ ਪਖੰਡ ਜੇ ਕਰਦੇ ਪਿਆ ਵੀ ਅਸੀਂ ਇੱਥੇ ਬੜਾ ਸਾਨੂੰ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਪਿਆਰ ਆ। ਅਸਲੀ ਜਿਹੜੀ ਜਿਸ ਤਰ੍ਹਾਂ ਖਾਲੜਾ ਸਾਹਿਬ ਦੀ ਉਹ ਰੂਹ ਤੋਂ ਗੱਲ ਕਰਦੇ ਸੀ ਵੀ ਪੰਜਾਬ ਦੇ ਨਾਲ ਇਹ ਧੱਕਾ ਲਗਾਤਾਰ ਹੋ ਰਿਹਾ। ਕਰਾਲਾ ਸਾਹਿਬ ਉਦੋਂ ਸਰਕਾਰ ਕਿੰਨਾ ਦੀ ਸੀ ਤੇ ਉਹ ਕਿੰਨਾ ਕੁ ਨਾਲ ਹਮਾਇਤ ਕਰਦੇ ਹੁੰਦੇ ਸੀ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਟੀਮ ਦਾ, ਉਹ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਉਸ ਟਾਈਮ ਤੇ ਬਾਦਲ ਸਰਕਾਰ ਸੀ ਸ਼ਾਇਦ। ਇਹ ਨਹੀਂ 1995 ਦੇ ਵਿੱਚ ਤਾਂ ਉਦੋਂ ਗਵਰਨਰ ਰਾਜ ਸੀ, ਪਰ ਇਹ ਸਪਸ਼ਟ ਆ ਵੀ ਪਹਿਲਾਂ ਜਸਵੰਤ ਸਿੰਘ ਖਾਲੜਾ ਮਾਨ ਦਲ ਦੇ ਵਿੱਚ ਸੀ, ਮਨੁੱਖੀ ਅਧਿਕਾਰ ਵਿੰਗ ਦੇ ਉਹਨਾਂ ਦੇ ਜਨਰਲ ਸਕੱਤਰ ਸੀ। ਪਰ ਬਾਅਦ ਦੇ ਵਿੱਚ ਜਿਹੜਾ ਬਾਦਲਾਂ ਵਾਲਾ ਸ਼੍ਰੋਮਣੀ ਅਕਾਲੀ ਦਲ ਆ ਉਹਦੇ ਵਿੱਚ ਕਿਉਂਕਿ ਇਹਨਾਂ ਦੀ ਟੌੜਾ ਸਾਹਿਬ ਦੇ ਨਾਲ ਨੇੜਤਾ ਸੀ ਤੇ ਸਾਰੇ ਇਹਨਾਂ ਨੇ ਵਿੰਗ ਭੰਗ ਵੀ ਕਰ ਦਿੱਤੇ ਪ੍ਰਕਾਸ਼ ਸਿੰਘ ਬਾਦਲ ਨੇ। ਤੇ ਟੌੜਾ ਸਾਹਿਬ ਨੂੰ ਖਾਲੜਾ ਸਾਹਿਬ ਨੇ ਇੱਕ ਵਾਰੀ ਪੁੱਛਿਆ ਵੀ ਮਨੁੱਖੀ ਅਧਿਕਾਰ ਵਿੰਗ ਕਦੋਂ ਭੰਗ ਕਰਨਾ ਹੈ ਜਾਂ ਤਾਂ ਕੌਣ ਤੁਸੀਂ ਇਹਦੇ 'ਚ ਰੱਦੋ ਬਦਲ ਕਰਨੀ ਆ। ਤੇ ਟੌੜਾ ਸਾਹਿਬ ਨੇ ਸਪਸ਼ਟ ਖਾਲੜਾ ਸਾਹਿਬ ਨੂੰ ਕਿਹਾ ਸੀ ਵੀ ਇਸ ਵਿੰਗ ਦਾ ਮੁਖੀ ਬਣ ਕੌਣ ਸਕਦਾ ਤੇਰੇ ਤੋਂ ਬਿਨਾਂ। ਤੇ ਜਦੋਂ ਸੰਨ 95 ਦੇ ਵਿੱਚ ਗਵਰਨਰ ਰੂਲ ਸੀ ਤੇ ਉਸ ਟਾਈਮ ਦੇ ਉੱਪਰ ਅਕਾਲੀ ਦਲ ਫਿਰ ਵੀ ਭਾਰੂ ਸੀ, ਭਾਵੇਂ ਪਾਵਰ ਦੇ ਵਿੱਚ ਨਹੀਂ ਸੀ। ਉਸ ਟਾਈਮ ਤੇ ਬੇਅੰਤ ਸਿੰਘ ਦਾ ਰਾਜ ਸੀ ਤੇ ਉਸ ਟਾਈਮ ਤੇ ਘਰਾਂ 'ਚੋਂ ਚੁਣ ਕੇ ਮਾਰੇ ਜਾ ਰਹੇ ਸੀ ਨੌਜਵਾਨ, ਬਜ਼ੁਰਗ, ਬੱਚੇ, ਬੀਬੀਆਂ। ਤੇ ਬਾਦਲਾਂ ਨੇ ਕਿਤੇ ਵੀ ਸਿਰਫ ਟੌੜਾ ਸਾਹਿਬ ਨੇ ਉਸ ਟਾਈਮ ਤੇ ਟੈਲੀਗ੍ਰਾਮ ਕੀਤੀ ਆ ਸੁਪਰੀਮ ਕੋਰਟ ਨੂੰ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਅਜੇ ਤੱਕ ਇੱਕ ਵੀ ਕਿਤੇ ਆਵਾਜ਼ ਕੀ ਝੂਠੀ ਮੁੱਠੀ ਵੀ ਕੋਈ ਬਿਆਨ ਨਹੀਂ ਦਿੱਤਾ, ਨਾ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਨਹੀਂ। ਉਹਨਾਂ ਨੇ ਕਿਉਂਕਿ ਬਾਅਦ ਦੇ ਵਿੱਚ ਤਾਂ ਗੱਲ ਹੀ ਹੋਰ ਜਦੋਂ ਸਪਸ਼ਟ ਪਤਾ ਲੱਗ ਗਿਆ, ਜਦੋਂ ਖਾਲੜਾ ਮਿਸ਼ਨ ਜਿਹੜੇ ਅਸੀਂ ਸਾਰੇ
ਉਦੋਂ ਇਹਨਾਂ ਦੇ ਖਿਲਾਫ ਵੀ ਮੋਰਚਾ ਲਾਉਣਾ ਪਿਆ ਸਾਨੂੰ। ਪਰ ਜਿੰਨਾ ਚਿਰ ਤੱਕ ਉਹ ਇਹਨਾਂ ਦੇ ਖਿਲਾਫ ਜਦੋਂ ਪਹਿਲੀ ਸਰਕਾਰ ਇਹਨਾਂ ਦੀ ਬਣੀ ਹੈ ਉਦੋਂ ਸ਼ਰੇਆਮ ਇਹ ਭੱਜ ਗਏ ਇਸ ਗੱਲ ਤੋਂ। ਪਹਿਲਾਂ ਬੇਅੰਤ ਸਿੰਘ ਦੇ ਜਿਹੜੇ ਜ਼ੁਲਮ ਸੀ, ਉਦੋਂ ਬਾਅਦ ਬਾਦਲਾਂ ਨੇ ਕਿਹਾ ਵੀ ਜ਼ੁਲਮਾਂ ਦਾ ਹਿਸਾਬ ਲਵਾਂਗੇ ਤੇ ਕਮਿਸ਼ਨ ਬਣਾਵਾਂਗੇ ਜਿੱਥੇ ਵੀ ਤਸ਼ੱਦਦ ਹੋਇਆ ਮਨੁੱਖੀ ਹੱਕਾਂ ਬਾਰੇ। ਪਰ ਇਹਨਾਂ ਨੇ ਕਮਿਸ਼ਨ ਕੀ ਬਣਾਉਣਾ ਸੀ? ਜਦੋਂ ਕੁਲਦੀਪ ਸਿੰਘ, ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਸਾਬਕਾ ਜੱਜ ਆ, ਉਹਨਾਂ ਨੇ ਇੱਕ ਲੋਕ ਕਮਿਸ਼ਨ ਬਣਾਇਆ, ਅੰਮ੍ਰਿਤਸਰ ਦੇ ਵਿੱਚ ਉਹਨੇ ਅਦਾਲਤ ਲਾਈ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਉਸ ਟਾਈਮ ਦੇ ਉੱਪਰ ਉਸ ਕਮਿਸ਼ਨ ਦੀਆਂ ਕਾਰਵਾਈਆਂ ਨੂੰ ਠੱਪ ਕਰਵਾਇਆ। ਇਹ ਤਾਂ ਕਹਿੰਦੇ ਸੀ ਅਸੀਂ ਪੜਤਾਲ ਕਰਾਵਾਂਗੇ, ਪਰ ਪੜਤਾਲ ਤਾਂ ਕੀ ਕਰਾਉਣੀ ਸੀ ਵੀ ਜਿਹੜਾ ਕਮਿਸ਼ਨ ਪ੍ਰਾਈਵੇਟ ਤੌਰ ਤੇ ਇੱਕ ਪੜਤਾਲ ਕਰਨੀ ਸ਼ੁਰੂ ਕੀਤੀ ਆ, ਲੋਕ ਉੱਥੇ ਤਾਂ ਧੜਾ ਧੜ ਲੈਣਾ ਲੱਗ ਗਈਆਂ ਵੀ, ਕਿਉਂਕਿ ਲੋਕਾਂ ਦੇ ਤਾਂ ਘਰ ਖਾਲੀ ਹੋ ਗਏ ਸੀ। ਲੋਕ ਚਾਹੁੰਦੇ ਸੀ ਵੀ ਸਾਡਾ ਜਿਹੜਾ ਘਰ ਦਾ ਮੈਂਬਰ ਆ ਵਾਪਸ ਤਾਂ ਨਹੀਂ ਆਉਣਾ, ਪਰ ਕਿਤੇ ਦਰਜ ਤਾਂ ਹੋ ਜਾਵੇ ਵੀ ਇਸ ਪਰਿਵਾਰ ਦਾ ਆਹ ਬੰਦਾ ਇਸ ਕੰਮ ਦੇ ਲੇਖੇ ਲੱਗ ਚੁੱਕਾ। ਅਜੇ ਤੱਕ ਤਾਂ ਇਹ ਨਹੀਂ ਪਤਾ ਵੀ ਦਰਬਾਰ ਸਾਹਿਬ ਅਟੈਕ ਦੇ ਉੱਪਰ ਜਿਹੜੇ ਲੋਕ ਮਾਰੇ ਗਏ ਉਹਨਾਂ ਦਾ ਨਾਂ ਲਿਸਟ ਵੀ ਨਹੀਂ ਬਣੀ। ਬਾਦਲਾਂ ਦਾ ਕਿੰਨੇ ਸਾਲ ਰਾਜ ਰਿਹਾ, 15 ਸਾਲ ਉਸ ਕਾਲੇ ਦੌਰ ਤੋਂ ਬਾਅਦ। ਪਰ ਇਹਨਾਂ ਨੇ ਮਨੁੱਖੀ ਹੱਕਾਂ ਦੀ ਗੱਲ, ਸਿੱਖਾਂ ਦੇ ਨਾਲ ਤਸ਼ੱਦਦ ਦੀ ਗੱਲ, ਜਿਹੜੇ ਪੁਲਿਸ ਅਫਸਰ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਤਾਂ ਕੀ ਵੀ ਸੈਣੀ ਵਰਗਿਆਂ ਨੂੰ ਡੀਜੀਪੀ ਲਾਤਾ। ਦੇਖੋ ਆ ਫਿਰ ਹੁਣ ਇਹਨਾਂ ਦੇ ਜਿਹੜੇ ਕਰਿੰਦੇ ਆ ਕਹਿੰਦੇ ਜੀ ਇਹ ਬੀਜੇਪੀ ਨੇ ਲਵਾਇਆ। ਦੱਸੋ ਫਿਰ ਤੁਸੀਂ ਕੌਣ ਵੀ ਮੁੱਖ ਮੰਤਰੀ ਅਕਾਲੀ ਦਲ ਦਾ ਹੋਵੇ ਤੇ ਬਾਦਲ ਦੇ ਕਰਿੰਦੇ ਅੱਜ ਹੁਣ ਕਹਿ ਰਿਹਾ ਵੀ ਉਹ ਸਾਡੀ ਗਲਤੀ ਨਹੀਂ ਸੀ, ਉਹ ਬੀਜੇਪੀ ਦੇ ਪ੍ਰੈਸ਼ਰ ਕਰਕੇ ਲੱਗਾ। ਫਿਰ ਤੁਸੀਂ ਤਾਂ ਵਾਕਿਆ ਹੀ ਪਤੀ ਪਤਨੀ ਤੋਂ ਵੀ ਭੈੜਾ ਤੁਹਾਡਾ ਤਾਂ ਰਿਸ਼ਤਾ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਕਹਿੰਦੇ ਰਹੇ ਵੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ, ਜਦੋਂ ਕਿ ਇਹ ਬਰਾਬਰ ਦਾ ਰਿਸ਼ਤਾ ਹੋਣਾ ਚਾਹੀਦਾ। ਇਹ ਨਹੀਂ ਵੀ ਇਹ ਸਟੇਟ ਛੋਟੀ ਆ ਜਾਂ ਕੋਈ ਵੱਡੀ ਆ। ਜਦੋਂ ਪਾਰਟੀਆਂ ਹੁੰਦੀਆਂ ਨੇ, ਪਾਰਟੀਆਂ ਦੇ ਵਿੱਚ ਹਾਂ ਪੰਜਾਬ ਦੇ 13 MP ਬਣਦੇ ਆ, ਪਰ ਇਹ ਥੋੜਾ ਵੀ ਅਸੀਂ ਜਲੀਲ ਹੋਣ ਵਾਸਤੇ ਉੱਥੇ ਨਾਲ ਅਲਾਇੰਸ ਕਰਨਾ। ਇਹ ਹਰ ਗੱਲ 'ਚ ਇਹ ਕਹਿੰਦੇ ਸੀ ਵੀ ਅਸੀਂ ਮੰਗਣਾ ਨਹੀਂ ਕੁਛ ਵੀ। ਉੱਧਰੋਂ ਜਿਹੜੇ ਦੱਖਣ ਦੇ ਲੋਕ ਸੀ, ਦੇਵ ਗੌੜੇ ਵਰਗੇ ਜਾਂ ਹੋਰ ਕਲਕੱਤੇ ਵਰਗੇ ਜਿਹੜੇ ਸੂਬਿਆਂ ਦੇ ਆਗੂ, ਉਹਨਾਂ ਨੇ ਤਾਂ ਭਾਵੇਂ ਵਾਜਪਾਈ ਸੀ ਜਾਂ ਜਿਹੜਾ ਵੀ ਉਸ ਟਾਈਮ ਦੀ ਸਰਕਾਰ ਸੀ, ਉਹਨਾਂ ਦੇ ਗਲ ਤੇ ਗੂਠਾ ਦੇ ਕੇ ਜਿਹੜੇ ਚੰਦਰ ਬਾਬੂ ਨਾਇਡੂ ਵਰਗਿਆਂ ਨੇ ਆਪਣੀਆਂ ਸਟੇਟਾਂ ਦੇ ਹੱਕ ਮੰਗੇ। ਪਰ ਇਹ ਇਕੱਲੀ ਕਾਲੀ ਸਰਕਾਰ ਸੀ ਜਿਹੜੀ ਪਹਿਲੀ ਬੀਜੇਪੀ ਦੇ ਜਿਹੜੇ ਵਾਜਪਾਈ ਦੇ 6 ਸਾਲ ਸੀ, ਉਹਨਾਂ ਦੇ ਵਿੱਚ ਵੀ ਇਹ ਹੱਥ ਜੋੜਨ ਤੋਂ ਬਿਨਾਂ ਤੇ ਪਤੀ ਪਤਨੀ ਦਾ ਰਿਸ਼ਤਾ, 9 ਮਾਸ ਦਾ ਹਿੰਦੂ ਸਿੱਖ ਦਾ ਰਿਸ਼ਤਾ ਹੱਦੋਂ ਕੀ? ਕੌਣ ਕਹਿੰਦਾ 9 ਮਾਸ ਦਾ ਰਿਸ਼ਤਾ ਨਹੀਂ? ਇਹ ਤਾਂ ਐਵੇਂ ਇੱਕ ਪਖੰਡ ਕਰਨ ਵਾਲੀ ਗੱਲ ਸੀ। ਜ਼ਿਆਦਾ ਕੋਈ ਇੱਥੇ ਕਵੇ ਨਾ ਵੀ ਸਾਡੇ ਨਾਲ ਹਿੰਦੂਆਂ ਦੇ ਨਾਲ ਕੋਈ ਵਾਹ ਵਾਸਤਾ ਨਹੀਂਗਾ, ਕੋਈ ਗੱਲ ਵੀ ਹੈ ਨਹੀਂ ਇਹ। ਤੇ ਇਹ ਜਾਣ ਕੇ ਇੱਕ ਆਪਣੇ ਆਪ ਨੂੰ ਨੈਸ਼ਨਲਿਸਟ ਤੇ ਸਮਝਦੇ ਸੀ ਵੀ ਅਸੀਂ ਬੜੇ ਇੱਕ ਹਿੰਦੁਸਤਾਨ ਦੇ ਬੜੇ ਖੈਰਖਾਹ ਆ। ਖੈਰਖਾਹ ਕੀ ਵੀ ਅਸੀਂ ਮੋਦੀ ਦੇ ਜਾਂ ਜਿਹੜੇ ਬੀਜੇਪੀ ਆ RSS ਦੇ ਝੋਲੀ ਚੁੱਕ ਬਣਦੇ ਆ। ਤੇ ਇੱਕ ਜਿਹੜੇ ਆਪਣਾ ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਹੁਣ ਵੀ ਬੜੇ ਉਹ ਸੰਘਰਸ਼ ਦੇ ਵਿੱਚ ਜੁਟੇ ਰਹਿੰਦੇ ਆ, ਜਥੇਦਾਰ ਕੇਵਲ ਸਿੰਘ, ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀ ਕਾਲਾ ਸਾਹਿਬ ਨਾਲ, ਉਹਨਾਂ ਦੀ ਵੀ ਬੜੀ ਨੇੜਤਾ ਸੀ। ਇੱਕ ਵਾਰੀ ਅਸੀਂ ਸੈਮੀਨਾਰ ਕੀਤਾ ਬਠਿੰਡੇ ਤੇ ਉਦੋਂ ਇਹ ਤਖਤ ਦਮਦਮਾ ਸਾਹਿਬ ਦੇ ਉੱਥੇ ਜਥੇਦਾਰ ਸੀ ਤੇ ਇਹ ਉਸ ਮੌਕੇ ਤੇ ਇਹਨਾਂ ਨੇ ਆਣ ਕੇ ਉਸ ਸਾਡੇ ਜਿਹੜਾ ਸੈਮੀਨਾਰ ਸੀ ਪੈਲਸ ਕਿਸੇ ਦੇ ਵਿੱਚ, ਉਹਨੂੰ ਆਣ ਕੇ ਐਡਰੈਸ ਵੀ ਕੀਤਾ। ਤੇ ਜਿਹੜਾ ਜਥੇਦਾਰ ਕੇਵਲ ਸਿੰਘ ਉਹਨਾਂ ਦਾ ਆਰਟੀਕਲ ਅਖਬਾਰ ਦੇ ਵਿੱਚ ਪੂਰੇ ਪੇਜ ਦਾ ਲੱਗਾ, ਇੱਕ ਵਾਰੀ ਮੈਨੂੰ ਸਨ ਨਹੀਂ ਯਾਦ, ਕੋਈ 90-95 ਦੇ ਲਾਗੇ ਬੰਨੇ ਹੋਵੇਗਾ। ਉਹਨਾਂ ਦਾ ਜਿਹੜੀ ਬਰੀਫ ਸੀ ਉਹਦੇ ਵਿੱਚ ਉਸ ਆਰਟੀਕਲ ਦੀ, ਉਹ ਬੜੀ ਅੱਜ ਦੇ ਸਮੇਂ ਦੇ ਵਿੱਚ ਵੀ ਯਾਦ ਰੱਖਣ ਵਾਲੀ ਗੱਲ ਆ, ਹਰ ਇੱਕ ਨੂੰ ਯਾਦ ਰੱਖਣੀ ਬਣਦੀ ਹੈ। ਉਹਦੇ ਸ਼ਬਦ ਕੀ ਨੇ ਵੀ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਦੇ ਆਗੂ ਬਹੁ ਗਿਣਤੀ ਦੇ ਅੱਗੇ ਆਪਣੇ ਨਿੱਜੀ ਫਾਇਦਿਆਂ ਵਾਸਤੇ ਕੌਮ ਦੇ ਹਿੱਤ ਕੁਰਬਾਨ ਕਰ ਦਿੰਦੇ ਨੇ। ਉਹ ਸਿਰਫ ਤੇ ਸਿਰਫ ਬਾਦਲ ਉਹਦੇ ਤੇ ਮੈਂ ਸਮਝਦਾ ਵੀ ਖਰੇ ਉਤਰਦੇ ਆ। ਉਸ ਕਾਲ ਤੱਕ ਜਿਹੜਾ ਜਥੇਦਾਰ ਤਖਤ ਦਮਦਮਾ ਸਾਹਿਬ ਜਥੇਦਾਰ ਕੇਵਲ ਸਿੰਘ ਕਹਿੰਦੇ ਸੀ ਵੀ ਘੱਟ ਗਿਣਤੀ ਦੇ ਲੋਕ ਆਪਣੇ ਨਿੱਜੀ ਮਫਾਦਾਂ ਵਾਸਤੇ ਬਹੁਤ ਗਿਣਤੀ ਤੇ ਗੋਡੇ ਟੇਕ ਦਿੰਦੇ। ਬਾਕੀ ਇਹਨਾਂ ਨੇ ਗੋਡੇ ਟੇਕ ਕੇ ਪੰਜਾਬ ਵਾਸਤੇ ਇੱਕ ਵੀ ਮੰਗ ਜੇ ਮਨਵਾ ਕੇ ਦੱਸ ਦੇਵੇ ਅਕਾਲੀ ਦਲ, ਤੇ ਅੱਜ ਲੋਕ ਮੇਰੇ ਖਿਆਲ ਵੀ ਦੇਖਣ ਰਹੇ ਵੀ ਇਹ ਕਰਦੇ ਕੀ ਆ। ਹੁਣ ਤਾਂ ਉਂਝ ਹੀ ਪਤਾ ਲੱਗ ਗਿਆ ਵੀ ਇਹਨਾਂ ਦੇ ਪੱਲੇ ਗਾਂਹ ਕੁਛ ਰਹਿਣਾ ਹੀ ਨਹੀਂ। ਹੁਣ ਬੰਦੀ ਸਿੱਖਾਂ ਦਾ ਇਹਨਾਂ ਨੇ ਨਵਾਂ ਸ਼ੁਰੂਆਤ ਕਰ ਲਈ ਗੱਲ। ਹਾਂ, ਇਹ ਤਾਂ ਬਣਦੀ ਸੀ ਵੀ ਜਦੋਂ ਇਹਨਾਂ ਦੀ ਖੁਦ ਹੀ ਸਰਕਾਰ ਸੀ, ਪੁਰਾਣੇ ਸਮਿਆਂ ਦੀ ਮੈਨੂੰ ਯਾਦ ਨਹੀਂ ਹੁਣ ਕਿੱਥੇ ਸ਼ਾਇਦ ਪੱਛਮੀ ਬੰਗਾਲ ਦੇ ਵਿੱਚ ਜੋਤੀ ਬਾਸੂ ਨਾਲ ਸੰਬੰਧਿਤ ਆ ਗੱਲ। ਉਹ ਜਦੋਂ ਮੁੱਖ ਮੰਤਰੀ ਬਣੇ, ਚਲੋ ਜੇ ਮੈਂ ਨਾ ਗਲਤ ਬੋਲ ਰਿਹਾ ਹੋਵਾਂ, ਵੀ ਜਿਹੜਾ ਵੀ ਮੁੱਖ ਮੰਤਰੀ ਬਣਿਆ ਉਹ ਜੇਲ੍ਹ ਦੇ ਵਿੱਚ ਗਿਆ। ਜਿਹੜਾ ਉਹਦਾ ਖਾਸ ਦੋਸਤ
ਉਹਨੂੰ ਬਾਹੋਂ ਫੜ ਕੇ ਲੈ ਚੱਲ ਵੀ ਬਾਹਰ, ਹੁਣ ਸਾਡੀ ਸਰਕਾਰ ਆ ਗਈ। ਅੱਜ ਦੇਖੀਏ ਮੋਦੀ ਨੇ ਜਿਹੜੇ ਮਨੁੱਖੀ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਆਵਾਜ਼ ਉਠਾ ਰਹੇ ਆ, 80-80 ਸਾਲ ਦੇ ਲੋਕ ਆ, ਉਹ ਜੇਲ੍ਹਾਂ ਦੇ ਵਿੱਚ ਰੁਲਦੇ ਪਏ ਆ ਬਿਨਾਂ ਕਿਸੇ ਗੱਲ ਤੋਂ। ਜਿਹੜਾ ਅੱਜ ਮੋਦੀ ਦੀ ਗੱਲ ਨਹੀਂ ਕਰਦਾ, ਇਹ ਕਹਿੰਦੇ ਆ ਐਂਟੀ ਨੈਸ਼ਨਲ ਆ ਦੇਖੋ ਆ ਬਾਬਾ ਜਿਹੜਾ ਸਾਧ ਆ, ਉਹਦਾ ਤਾਂ ਨਾਂ ਲੈਣਾ ਵੀ ਮਾੜਾ ਲੱਗਣ ਡਿਆ। ਇੱਕ ਘਟੀਆ ਕਿਸਮ ਦਾ ਬੰਦਾ, ਉਹਦੇ ਤੇ ਦੋਸ਼ ਲੱਗੇ ਆ, ਉਹ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਆ। ਤੇ ਉਹਨੂੰ ਤੀਜੇ ਦਿਨ ਪਰੋਲ ਬਣਾ ਲਈ ਵੀ ਜਿੱਦਾਂ ਮੇਲਾ ਹੁੰਦਾ ਜਾਂ ਮੱਸਿਆ ਤੇ ਜਾਣਾ ਹੁੰਦਾ ਆਪਾਂ। ਤੇ ਫਿਰ ਬੜੀ ਬੇਸ਼ਰਮੀ ਨਾਲ ਉਹ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ। ਅੱਜ ਜਿਹੜੇ ਅਦਾਲਤਾਂ ਨੇ ਉਹ ਵੀ ਸੈਂਟਰ ਦੇ ਮੁਤਾਬਕ ਚੱਲਦੀਆਂ ਪਈਆਂ। ਪਹਿਲੀ ਵਾਰੀ ਹੋਇਆ ਵੀ ਅਦਾਲਤਾਂ ਵੀ ਵਿਕ ਗਈਆਂ ਨੇ, ਜਾਂ ਉਹਨਾਂ ਦਾ ਪ੍ਰੈਸ਼ਰ ਆ, ਜਾਂ ਡਰ ਗਏ ਨੇ, ਜਾਂ ਉਹ ਜੱਜ ਜਿਹੜੇ ਵਿਕ ਗਏ ਆ। ਇਹਨੇ ਆ ਦੇਖੋ ਜਿਹੜਾ ਨਹਿਰੀ ਪਾਣੀਆਂ ਦਾ ਮਸਲਾ, ਜਿਵੇਂ ਪਹਿਲਾਂ ਦੱਸਿਆ ਆਪਾਂ ਵੀ ਨਹਿਰੀ ਪਾਣੀਆਂ ਦੇ ਮਸਲੇ ਦੇ ਉੱਤੇ ਅਦਾਲਤਾਂ ਕਹਿਣ ਵੀ ਮੁੱਖ ਮੰਤਰੀ ਬਹਿ ਕੇ ਗੱਲ ਕਰਨਾ, ਇਹ ਕਿੱਧਰ ਦੀ ਗੱਲ ਆ? ਇਹ ਕਿਉਂ ਨਹੀਂ ਕਹਿੰਦੇ ਕਾਨੂੰਨ ਦੇ ਮੁਤਾਬਕ ਹੋਵੇ? ਘਰਿਆਲਾ ਸਾਹਿਬ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਘਰਿਆਲਾ ਸਾਹਿਬ ਲੰਮਾ ਸਮਾਂ ਸ਼ਹੀਦ ਭਾਈ ਜਸਵੰਤ ਸਿੰਘ ਕਾਲੜਾ ਜੀ ਦੇ ਨਾਲ ਰਹੇ ਨੇ, ਔਰ ਉਸ ਟਾਈਮ ਤੇ ਜੋ ਹੋਇਆ ਪੰਜਾਬ ਦੇ ਨੌਜਵਾਨਾਂ ਨਾਲ, ਜਸਵੰਤ ਸਿੰਘ ਕਾਲੜਾ ਜੀ ਦੇ ਨਾਲ ਜੋ ਵੀ ਹੋਇਆ, ਔਰ ਉਸ ਦੇ ਨਾਲ ਪੂਰਾ ਇਹ ਹੱਡਬੀਤੀ ਜਿਹੜੀ ਹੈ ਇਹਨਾਂ ਨੇ ਲਿਖੀ ਵੀ ਹੈ, ਪੜ੍ਹੀ ਵੀ ਹੈ, ਕਹਿ ਸਕਦੇ ਆ। ਘਰਿਆਲਾ ਸਾਹਿਬ, ਜਿਹੜਾ ਫਿਰ ਸ਼ਹੀਦ ਕੀਤਾ ਗਿਆ ਉਸ ਟਾਈਮ ਤੇ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ, ਕਿਸ ਤਰੀਕੇ ਦੇ ਨਾਲ ਪੁਲਿਸ ਨੇ ਸ਼ਹੀਦ ਕੀਤਾ, ਔਰ ਉਸ ਟਾਈਮ ਦਾ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ। ਉਹਦੇ 'ਚ ਦੇਖੋ ਕਿਸ ਤਰ੍ਹਾਂ ਮਰੀ ਜ਼ਮੀਨ ਵਾਲੇ ਜਿਹੜੇ ਲੋਕ ਹੁਣ ਜੇਲ੍ਹ ਦੇ ਵਿੱਚ ਨੇ, ਜਿਨ੍ਹਾਂ ਨੂੰ ਸਜ਼ਾ ਹੋਈ ਆ, ਜਾਂ ਜਿਨ੍ਹਾਂ ਨੇ ਵੇਖਿਆ, ਬਹੁਤ ਲੋਕਾਂ ਨੇ ਵੇਖਿਆ, ਕਿਉਂਕਿ ਆਪਾਂ ਦੇਖਦੇ ਆ ਵੀ ਹਵਾਲਾਤ ਦੇ ਵਿੱਚ ਜਾਂ ਜਿੱਥੇ ਵੀ ਇੰਟਰੋਗੇਟ ਕਰ ਰਹੇ ਹੁੰਦੇ ਬਹੁਤ ਲੋਕ ਦੇਖਦੇ ਹੁੰਦੇ ਆ। ਅਜੇ ਤੱਕ ਕੁਲਦੀਪ ਸਿੰਘ ਬਚੜੇ ਤੋਂ ਬਿਨਾਂ, ਉਹ ਐਸਪੀਓ ਸੀ, ਉਹਨੇ ਉਸ ਟਾਈਮ ਤੇ ਜਿਹੜੇ ਵੀ ਕਾਰਨ ਕਰਕੇ ਮੰਨ ਲਓ ਆਵਾਜ਼ ਉਠਾਈ, ਉਹ ਵੱਖਰਾ ਵਿਸ਼ਾ। ਪਰ ਅੱਜ ਉਹ ਬੰਦਾ ਵੀ ਬਿਮਾਰੀ ਤੋਂ ਬਾਅਦ ਉਹਦੀ ਮੌਤ ਹੋ ਗਈ, ਕੁਲਦੀਪ ਬਚੜੇ ਦੀ। ਉਹਨੇ ਇੱਕ ਵੱਡੀ ਕੁਰਬਾਨੀ ਦਿੱਤੀ ਆ ਵੀ ਜਸਵੰਤ ਸਿੰਘ ਖਾਲੜਾ ਦੇ ਨਾਲ ਕਿਸ ਤਰ੍ਹਾਂ ਤਸ਼ੱਦਦ ਕੀਤਾ। ਉਹ ਕੁਲਦੀਪ ਸਿੰਘ ਬਚੜਾ ਆਪ ਰੋਟੀ ਖਵਾਉਂਦਾ ਰਿਹਾ, ਮੂੰਹ ਦੇ ਵਿੱਚ ਬੁਰਕੀਆਂ ਪਾਉਂਦਾ ਰਿਹਾ, ਕਿਉਂਕਿ ਜਸਵੰਤ ਸਿੰਘ ਖਾਲੜਾ ਦੀਆਂ ਬਾਹਾਂ ਇੱਦਾਂ ਸੀ ਲਮਕ ਰਹੀਆਂ ਹੁੰਦੀਆਂ ਜਿੱਦਾਂ ਵੀ ਇੰਨਾ ਤਸ਼ੱਦਦ, ਕਹਿੰਦੇ ਨਾ 3rd ਡਿਗਰੀ ਤੋਂ ਵੀ ਗਾਂ ਅਗਲੀ ਡਿਗਰੀ ਹੋਵੇਗੀ, ਵੀ ਇੰਨਾ ਤਸ਼ੱਦਦ ਕੀਤਾ। ਉਹਨਾਂ ਨੂੰ ਇਹ ਸੀ ਵੀ ਜਲੀਲ ਕਰਨਾ। ਇਹ ਤਾਂ ਉਹਨਾਂ ਨੂੰ ਕੋਈ ਡਰ ਹੀ ਨਹੀਂ ਸੀ KPS ਗਿੱਲ ਦੀ ਟੀਮ ਨੂੰ, ਜੀਤ ਸਿੰਘ ਸੰਧੂ ਨੂੰ, ਵੀ ਇੱਥੇ ਕੋਈ ਹਾਈ ਕੋਰਟ ਦਾ ਛਾਪਾ ਪੈ ਜਾਏਗਾ। ਜੇ ਕਿਤੇ ਹਾਈ ਕੋਰਟ ਦੇ ਵਿੱਚ ਅਸੀਂ ਇਹ ਗੱਲ ਕੋਈ ਕੀਤੀ ਵੀ, ਉੱਥੇ ਸ਼ੁਰੂ ਦੇ ਵਿੱਚ ਸਾਨੂੰ ਪਤਾ ਲੱਗਾ ਵੀ ਸਿਰਾਲੀ ਥਾਣੇ ਦੇ ਵਿੱਚ ਨੇ ਖਾਲੜਾ ਸਾਹਿਬ ਨੂੰ ਰੱਖਿਆ, ਪਰ ਉਹ ਵੀ ਸਾਡੇ ਵਿੱਚੇ ਰਹਿ ਗਈ, ਕਿਉਂਕਿ ਅਦਾਲਤਾਂ ਨੇ ਉੱਥੇ ਕੋਈ ਕਮਿਸ਼ਨ ਉਹਨੂੰ ਪਰਮਿਸ਼ਨ ਨਹੀਂ ਸੀ ਦੇਣੀ ਵੀ ਖਾਲੜਾ ਸਾਹਿਬ ਨੂੰ ਲੱਭਣ ਵਾਸਤੇ। ਪਰ ਚਾਹੀਦਾ ਇਹ ਸੀ ਵੀ ਜਿੰਨਾ ਉਹਨਾਂ ਨੇ ਮਸਲਾ ਇੰਟਰਨੈਸ਼ਨਲ ਲੈਵਲ 'ਤੇ ਉਠਾਇਆ ਸੀ, ਅਦਾਲਤਾਂ ਨੂੰ ਵੀ ਰੋਲ ਅਦਾ ਕਰਨਾ ਚਾਹੀਦਾ ਸੀ। ਤੇ ਇਹਨਾਂ ਨੂੰ ਜਿਹੜੀਆਂ ਆਪਣੇ ਸਿਆਸੀ ਪਾਰਟੀਆਂ ਨੇ ਉਹ ਤਾਂ ਚੁੱਪ ਹੀ ਹੋ ਗਈਆਂ। ਤੇ ਜਿਹੜੀ ਗੱਲ ਆ ਉਹਨਾਂ 'ਤੇ ਤਸ਼ੱਦਦ ਦੀ ਹੋਰ ਕਹਾਣੀ ਜਿਹੜੀ, ਜਦੋਂ ਬੀਬੀ ਖਾਲੜਾ ਦੀ ਇਲੈਕਸ਼ਨ ਸੀ ਸਨ 19 ਦੇ ਵਿੱਚ ਪਾਰਲੀਮੈਂਟ ਦੀ, ਤੇ ਇੱਕ ਵੇਈਪੁਈ ਪਿੰਡ ਆ, ਉੱਥੇ ਆਪਣਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਕਿਉਂਕਿ ਉਹਨਾਂ ਨੇ ਵੀ ਸਪੋਰਟ ਕੀਤੀ ਸੀ ਬੀਬੀ ਖਾਲੜਾ ਦੀ ਅਕਾਲੀ ਦਲ ਤੋਂ ਵੱਖਰੇ ਹੋ ਕੇ। ਉੱਥੇ ਇੱਕ ਜਾਮਾ ਰਾਏ ਪਿੰਡ ਦਾ ਕੋਈ ਪੁਲਿਸ ਅਫਸਰ ਰਿਟਾਇਰ, ਉਹ ਲੈਕਚਰ ਕਰ ਰਿਹਾ ਸੀ, ਜੋ ਕੁਦਰਤੀ ਮੈਂ ਵੀ ਉੱਥੇ ਚਲਾ ਗਿਆ ਉਸ ਮੌਕੇ 'ਤੇ, ਕਿਉਂਕਿ ਇਲੈਕਸ਼ਨ ਮੁਹਿੰਮ ਦੇ ਵਿੱਚ ਤਾਂ ਨਾਲ ਰਹੇ ਲਗਾਤਾਰ। ਤੇ ਉਹਨਾਂ ਦੇ ਜਿਹੜੇ ਸ਼ਬਦ ਨੇ ਉਹ ਇਹ ਸੀ ਵੀ ਜਦੋਂ ਖਾਲੜਾ ਸਾਹਿਬ ਨੂੰ ਇੰਟਰੋਗੇਟ ਕਰ ਰਹੇ ਸੀ, ਤਸ਼ੱਦਦ ਕਰ ਰਹੇ ਸੀ, ਤੇ ਖਾਲੜਾ ਸਾਹਿਬ ਦੇ ਮੂੰਹ 'ਚੋਂ ਸਿਰਫ ਤੇ ਸਿਰਫ ਇੱਕੋ ਸ਼ਬਦ ਨਿਕਲਦਾ ਸੀ ਕਿ ਇਹ ਸਤਿਗੁਰ ਦੇ ਭਾਣੇ 'ਚ ਹੋ ਰਿਹਾ। ਉਹ ਫਿਰ ਪੁਲਿਸ ਅਫਸਰ, ਉਹ ਬਾਅਦ ਦੇ ਵਿੱਚ ਮੈਂ ਉਹਦੇ ਨਾਲ ਗੱਲ ਕੀਤੀ, ਪਰ ਉਹ ਗੱਲ ਟਾਲ ਗਿਆ। ਫਿਰ ਅਜੇ ਵੀ ਮੇਰੀ ਕੋਸ਼ਿਸ਼ ਆ, ਕਈ ਬੰਦਿਆਂ ਨੂੰ ਕਹਿ ਰਹੇ ਵੀ ਉਹਨਾਂ ਤੋਂ ਪੁੱਛੋ ਕਿ ਕੀ ਕਹਾਣੀ ਉਹਨਾਂ ਨੇ ਵੇਖੀ, ਅੱਖੀਂ ਵੇਖਿਆ ਜਾਂ ਕਿਸੇ ਤੋਂ ਸੁਣਿਆ, ਕਿਉਂਕਿ ਹੁਣ ਹਰ ਬੰਦਾ ਨਾ ਇਸ ਗੱਲ ਤੋਂ ਮੇਰੇ ਡਰੀ ਜਾ ਰਿਹਾ। ਪਰ ਅਸੀਂ ਤਾਂ ਚਾਹੁੰਦੇ ਹਾਂ ਨਾ ਵੀ ਕੋਈ ਚਿੱਠੀ ਲਿਖ ਕੇ ਹੀ ਪਾ ਦੇ, ਕਿਤੇ ਸਾਨੂੰ ਕਿਸੇ ਤਰੀਕੇ ਨਾਲ ਕੋਈ ਦੱਸ ਦੇਵੇ ਵੀ ਫਲਾਣੇ ਬੰਦੇ ਨੇ ਵੇਖਿਆ, ਜਾਂ ਉਹ ਸਾਰਾ ਕੁਝ ਗੁਪਤ ਰੱਖ ਕੇ ਵੀ ਆਹ ਤਸੀਹੇ ਦਿੱਤੇ ਗਏ, ਆਹ ਪੁਲਿਸ ਅਫਸਰ ਆ, ਜੋ ਬੜੀ ਵੱਡੀ ਟੀਮ ਆ। ਉਹ ਤਾਂ ਥੋੜ੍ਹੇ ਜਿਹੜੇ 9 ਬੰਦੇ ਸਿਰਫ ਲੱਭੇ, ਤੇ ਹੋਰ ਕਈ 9 ਨੇ ਦੇ ਵਿੱਚ। ਤੇ ਜਦੋਂ ਉਹ ਪੁਲਿਸ ਅਫਸਰ ਜਿਹੜੇ ਆਪਣਾ ਜਾਮਾ ਰਾਏ ਦੇ ਜਿਹੜੀ ਖਾਸ ਗੱਲ ਉਹ ਦੱਸ ਰਹੇ ਸੀ ਵੀ ਕਿਸੇ ਵੀ ਜਦੋਂ ਖਾੜਕੂ ਨੂੰ ਆਪਾਂ ਜਦੋਂ ਇੰਟਰੋਗੇਟ ਕਹਿੰਦੇ ਵੀ ਪੁਲਿਸ ਕਰਦੀ ਸੀ, ਤੇ ਆਪ ਮੁਹਾਰੇ ਆਪਣੇ ਕੋਈ ਚੁੰਡੀ ਵੀ ਵੱਢੇ ਤੇ ਇੱਕਦਮ ਆਪਾਂ ਛੀ ਕਰਦੇ ਆ, ਉਹ ਰੌਲਾ ਪਾਉਣੇ ਆ। ਤੇ ਕੋਈ ਜਦੋਂ ਡਾਂਗ ਵੀ ਵੱਜਦੀ ਕਿਤੇ ਤਾਂ ਵੀ ਸਾਡੀ ਛੀ ਤਾਂ ਨਿਕਲਦੀ ਆ। ਮੈਂ ਦੇਖਿਆ ਭਾਵੇਂ ਕਿੱਡਾ ਵੱਡੇ ਤੋਂ ਵੱਡਾ ਟੀਕਾ ਜਦੋਂ ਲੱਗਦਾ ਨਾ, ਇੱਕ ਬਰੀਕ ਜੀ ਸੂਈ ਹੁੰਦੀ ਆ, ਤੇ ਤਾਂ ਵੀ ਇੱਕ ਸਾਨੂੰ ਐ ਕੰਬਣੀ ਆ ਜਾਂਦੀ ਆ। ਤੇ ਉਹ ਬੰਦੇ ਨੇ ਜਦੋਂ ਦੱਸਿਆ ਵੀ ਉਹ ਸਾਰੇ ਹੋਰ ਖਾੜਕੂ ਕੋਈ ਚੀਕ ਮਾਰਦਾ ਸੀ, ਕੋਈ ਰੌਲਾ ਪਾਉਂਦਾ ਸੀ, ਆਪਣੇ ਆਪ ਨਿਕਲ ਜਾਂਦਾ। ਇਹ ਨਹੀਂ ਮੈਂ ਕਹਿੰਦਾ ਵੀ ਉਹ ਕਿਤੇ ਖਾੜਕੂ ਜਿਹੜੇ ਉਹ ਕਮਜ਼ੋਰ ਸੀ ਤੇ ਖਾਲੜਾ ਸਾਹਿਬ ਉਹਨਾਂ ਨਾਲੋਂ ਜ਼ਿਆਦਾ ਬਹਾਦਰ ਸੀ, ਵੀ ਉਹ ਖਾਲੜਾ ਸਾਹਿਬ ਦਾ ਸਿਰ ਹੀ ਇੰਨਾ ਸੀ
ਇੱਕ ਹੋਰ ਕਹਾਣੀ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਆਪਣੇ ਬਾਸਰ ਕੇ ਪਿੰਡ ਆ ਸਾਡੇ ਲਾਗੇ, ਖਾਲੜੇ ਪਿੰਡ ਦੇ ਲਾਗੇ ਵੀ, ਤੇ ਉਦੋਂ 80-81 ਦੇ ਦੌਰਾਨ ਮੈਂ ਤਾਂ ਹੋਸਟਲ 'ਚ ਰਹਿੰਦਾ ਸੀ, ਤੇ ਸੁਖਦੇਵ ਸਿੰਘ ਆ ਉਹ ਬਾਅਦ ਦੇ ਵਿੱਚ ਨਹੀਂ ਸਾਡੇ ਨਾਲ ਉਹਨੇ ਕੋਈ ਵਾਹ ਵਾਸਤਾ ਖਾਲੜਾ ਸਾਹਿਬ ਦਾ ਪੁੱਛਿਆ, ਤੇ ਉਹਨੇ ਮੈਨੂੰ ਕਹਾਣੀ ਸੁਣਾਈ 5-7 ਸਾਲ ਹੋਇਆ ਵੀ ਉੱਥੇ ਜਦੋਂ ਬਾਹਰ ਰਹਿੰਦੇ ਮੁੰਡੇ, ਤੇ ਖਾਲੜਾ ਸਾਹਿਬ ਤਾਂ ਬਾਹਰ ਹੀ ਜਾਂਦੇ ਸੀ PSU ਕਰਕੇ, ਪੰਜਾਬ ਸਟੂਡੈਂਟ ਯੂਨੀਅਨ ਕਰਕੇ, ਤੇ ਉੱਥੇ ਰਹਿੰਦੇ ਸੀ ਰਾਤਾਂ, ਕਈ ਰਾਤਾਂ ਰਹਿਣੀਆਂ, ਕਈ ਵਾਰੀ ਸਾਡੇ ਕੋਲ ਰਹਿਣਾ। ਤੇ ਇਹ ਬਾਹਰ ਜਦੋਂ ਕਿਸੇ ਕਮਰੇ ਦੇ ਵਿੱਚ ਜਿੱਥੇ ਵੀ ਕੋਈ ਬੱਚੇ ਸਟੂਡੈਂਟ ਰਹਿ ਰਹੇ ਸੀ, ਉੱਥੇ ਇਹਨਾਂ ਨੇ ਜਾਂ ਕਿਸੇ ਨੇ ਕਹਿਤਾ ਵੀ ਕੋਈ ਮੋੜ ਧਾਰੇ ਤੇ ਜਿੰਨਾ ਮਰਜ਼ੀ ਉਹਨੂੰ ਤਸ਼ੱਦਦ ਕੀਤਾ ਜਾਵੇ ਤੇ ਕੋਈ ਕਿੰਨਾ ਚਿਰ ਕੱਢ ਸਕਦਾ ਭਲਾ। ਤੇ ਉਹ ਸੁਖਦੇਵ ਸਿੰਘ ਬਾਸਰਕੇ ਵਾਲੇ ਨੇ ਮੈਨੂੰ ਦੱਸਿਆ ਵੀ ਬੜੇ ਚਿਰ ਬਾਅਦ ਉਹਨੇ ਦੱਸਿਆ, ਕਹਿੰਦਾ ਵੀ ਸਾਡੇ ਕੋਲ ਆਇਆ ਜਦੋਂ ਜਸਵੰਤ ਸਿੰਘ, ਤੇ ਉਦੋਂ ਤਾਂ ਅਸੀਂ ਜਸਵੰਤ ਹੀ ਕਹਿੰਦੇ ਹਾਂ, ਮੈਂ ਕਰੀ ਖਾਲੜਾ ਸਾਹਿਬ ਕਹਿਤਾ ਤੇ ਮੇਰੇ ਨਾਲ ਗੁੱਸੇ ਹੋ ਗਏ। ਖਾਲੜਾ ਸਾਹਿਬ ਕਹਿੰਦੇ ਵੀ ਤੈਨੂੰ ਬੋਲਦੇ ਨਹੀਂ ਜਾਣ, ਬੇਸ਼ੱਕ ਮੇਰੇ ਤੋਂ ਵੱਡੇ ਸੀ ਤੇ ਮੈਂ ਤਾਂ ਜਸਵੰਤ ਖਾਲੜਾ ਕਹਿਣਾ ਸ਼ੁਰੂ ਕਰਤਾ ਵੀ ਜਦੋਂ ਅਸੀਂ ਵੱਡੀਆਂ ਕਾਨਫਰੰਸਾਂ ਵੱਡੇ ਲੀਡਰਾਂ ਕੋਲ ਜਾਂਦੇ ਹਾਂ ਤੇ ਜਸਵੰਤ ਥੋੜ੍ਹਾ ਕਹਿਣਾ। ਤੇ ਖਾਲੜਾ ਸਾਹਿਬ ਮੈਨੂੰ ਕਹਿੰਦੇ ਵੀ ਆਪਣਾ ਰਿਸ਼ਤਾ ਉਹੀ ਰਹਿਣਾ, ਵੀ ਮੈਨੂੰ ਉਹਦਾ ਮਤਲਬ ਵੀ ਜਸਵੰਤ ਕਹਿ ਕੇ ਬੋਲ। ਅੱਛਾ, ਉਹਨੇ ਕਿਹਾ ਨਾ ਜਦੋਂ ਮੈਨੂੰ ਸੁਖਦੇਵ ਨੇ ਵੀ ਜਸਵੰਤ ਇੱਦਾਂ ਇਹਨੇ ਮੋਣ ਧਾਰਿਆ, ਉਦੋਂ ਬਿਨਾਂ ਕਿਸੇ ਵੀ ਉੱਥੇ ਕਿਹੜਾ ਪੁਲਿਸ ਤਸ਼ੱਦਦ ਸੀ, ਵੀ ਜਿਹੜੇ ਇਹਦੇ ਨਾਲ ਦੇ ਮੁੰਡੇ ਸੁਖਦੇਵ ਮੈਨੂੰ ਦੱਸੇ ਵੀ ਇਹਨਾਂ ਉਹਨੂੰ ਇੰਟੈਰੋਗੇਟ ਕੀਤਾ, ਤੰਗ ਕੀਤਾ ਵੀ ਇਹਨੂੰ ਬੁਲਾਉਣਾ ਆ, ਤੇ ਕਿ ਨਹੀਂ ਮੈਨੂੰ ਯਾਦ ਵੀ ਕਿੰਨੇ ਘੰਟੇ ਨਾ ਕੁਝ ਨਾ ਖਾਧਾ ਨਾ ਕੁਝ ਪੀਤਾ, ਤੇ ਇੰਨਾ ਕੁਝ ਚੜਾਉਣ ਦੇ ਇੰਨੀ ਤੰਗੀ ਕਰਨ ਦੇ ਬਾਵਜੂਦ ਵੀ ਖਾਲੜਾ ਸਾਹਿਬ ਨੇ ਉੱਥੇ ਹੋਰਾ ਵੀ ਕੋਈ ਰਕਸ਼ਨ ਨਹੀਂ ਸੀ ਉਹਨਾਂ ਦਾ, ਤੇ ਉਹ ਜਿਹੜੇ ਮੁੰਡੇ ਉਹ ਮੰਨ ਗਏ। ਉਹ ਮੈਨੂੰ ਸਾਰੀ ਕਹਾਣੀ ਤਾਂ ਯਾਦ ਆ ਰਹੀ ਹੁਣ ਵੀ ਉਹ ਜਿਹੜਾ ਜਾਮਾ ਰਾਏ ਪੁਲਿਸ ਵਾਲੇ ਨੇ ਦੱਸਿਆ ਕਿ ਜਦੋਂ ਖਾਲੜਾ ਸਾਹਿਬ ਤੇ 3rd ਡਿਗਰੀ ਤੋਂ ਵੱਧ ਉਹਦੇ ਇੰਟੈਰੋਗੇਸ਼ਨ ਕਰ ਰਹੇ ਸੀ, ਤਸ਼ੱਦਦ ਕਰ ਰਹੇ ਸੀ, ਉਹਨਾਂ ਨੇ ਸੀ ਵੀ ਨਹੀਂ ਕੀਤੀ ਤੇ ਇੱਕੋ ਸ਼ਬਦ ਨਿਕਲਦਾ ਸੀ ਵੀ ਸਤਿਗੁਰ ਦੇ ਭਾਣੇ 'ਚ ਹੋ ਰਿਹਾ। ਇਹ ਮੈਨੂੰ ਤਾਂ ਇਹ ਅਸਲੀਅਤ ਲੱਗ ਰਹੀ ਆ ਵੀ ਖਾਲੜਾ ਸਾਹਿਬ ਦੇ ਬੋਲ ਹੀ ਨੇ, ਕਿਉਂਕਿ ਉਹ ਬੋਲਦੇ ਵੀ ਸੀ ਜਦੋਂ ਲੈਕਚਰਾਂ ਦੇ ਵਿੱਚ ਵੀ ਉਹਨਾਂ ਦੇ ਆਮ ਹੀ ਸਤਿਗੁਰ ਦੇ ਜਿਹੜਾ ਇਹ ਜ਼ੁਬਾਨ ਦੇ ਉੱਪਰ ਸ਼ਬਦ ਆ ਜਾਂਦਾ ਸੀ, ਤੇ ਇਹੀ ਕਹਿੰਦੇ ਸੀ ਵੀ ਸਤਿਗੁਰ ਦੇ ਭਾਣੇ 'ਚ ਹੋ ਰਿਹਾ। ਤੇ ਬੜੀ ਵੱਡੀ ਕੁਰਬਾਨੀ ਖਾਲੜਾ ਸਾਹਿਬ ਦੀ। ਉਹਨਾਂ ਤੋਂ ਬਾਅਦ ਅਜੇ ਬਹੁਤ ਵੱਡਾ ਖਲਾਅ ਆ, ਇਹ ਪਤਾ ਨਹੀਂ ਕਦੋਂ ਖਲਾਅ ਪੂਰਾ ਹੋਵੇਗਾ, ਉਮੀਦ ਕਰਦੇ ਵੀ ਛੇਤੀ ਤੋਂ ਛੇਤੀ ਇਹ ਖਲਾਅ ਪੂਰਾ ਹੋਵੇ। ਕਿੰਨੀ ਸੰਨ ਤੇ ਕਿੰਨੀ ਤਰੀਕ ਸੀ ਘਰਿਆਲਾ ਸਾਹਿਬ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹੀਦ ਕੀਤਾ ਗਿਆ ਪੁਲਿਸ ਵੱਲੋਂ? ਇਹ ਜਦੋਂ ਚੁੱਕਣ ਦੀ ਤਾਂ ਆਪਾਂ ਨੂੰ ਯਾਦ ਆ ਵੀ 1995 6 ਸਤੰਬਰ ਕੋਈ ਲਗਭਗ 9:15 ਵਜੇ, ਤੇ ਜਿਹੜੀ ਸ਼ਹੀਦ ਕਰਨ ਵਾਲੇ ਦਿਨ ਆ ਇਹ ਕੋਈ 1.5 ਮਹੀਨਾ ਬਣਦਾ। ਉਹ ਕੁਲਦੀਪ ਬਚੜੇ ਦੇ ਮੁਤਾਬਕ ਆ ਵੀ 6 ਸਤੰਬਰ ਤੋਂ ਬਾਅਦ ਤੁਸੀਂ 1.5 ਮਹੀਨਾ ਇਹ ਦੇਖ ਲਓ, ਕੋਈ ਅਕਤੂਬਰ ਮਹੀਨਾ ਇਹ ਬਣਦਾ ਪਿਆ। 6 ਸਤੰਬਰ ਤੋਂ ਬਾਅਦ ਅਕਤੂਬਰ ਦਾ ਕੋਈ 20-21 ਤਰੀਕ ਦੇ ਲਾਗੇ ਬੰਨੇ, ਤੇ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਵੀ ਜਿਹੜੀ ਆ ਉਹ ਵੀ ਪਰਿਵਾਰ ਨੂੰ ਨਹੀਂ ਸੌਂਪੀ ਗਈ ਸੀ। ਹਾਂ ਆਹ ਕਹਾਣੀ ਫਿਰ ਇਹੀ ਵੀ ਇਹ ਤਾਂ KP ਗਿੱਲ ਵੀ ਕਹਿੰਦਾ ਸੀ ਸ਼ਰੇਆਮ ਜਸਵੰਤ ਸਿੰਘ ਖਾਲੜਾ ਦੇ ਨਾਲ, ਜਦੋਂ ਅਖਬਾਰਾਂ ਦੇ ਵਿੱਚ ਬਿਆਨ ਆਉਂਦੇ ਸੀ ਨਾ, ਉਹ ਤਾਂ ਫਿਰ ਕਹਾਣੀ ਆਪਣੀ ਲੰਮੀ ਹੋ ਜਾਂਦੀ, ਉਹ ਤਾਂ ਨਹੀਂ ਆਪਾਂ ਡਿਸਕਸ ਕੀਤੀ ਵੀ ਉਹ ਸਾਰਿਆਂ ਨੂੰ ਪਤਾ ਹੈ। ਤੇ ਜਸਵੰਤ ਸਿੰਘ ਖਾਲੜਾ ਬਾਰੇ KP ਗਿੱਲ ਦੇ ਬਿਆਨ ਆਉਂਦੇ ਸੀ ਕਿ ਇਹ 25,000 ਦੀ ਗੱਲ ਕਰਦਾ ਖਾਲੜਾ, ਤੇ 25,000 ਇੱਕ ਵੀ ਲਾਸ਼ ਹੋ ਸਕਦੀ ਆ। ਤੇ ਉਹ ਉਸੇ ਤਰ੍ਹਾਂ ਹੀ ਹੋਇਆ। ਇਹ ਜਿਹੜਾ ਜ਼ਾਲਮ ਸੀ KP ਗਿੱਲ ਤੇ ਜੀਤ ਸਿੰਘ ਸੰਧੂ, ਇਹਨਾਂ ਨੇ ਫਿਰ ਜਦੋਂ ਇਹਨੂੰ ਸ਼ਹੀਦ ਕਰਕੇ ਇੱਥੇ ਝਬਾਲ ਥਾਣਾ ਸ਼ਾਇਦ ਇੱਥੋਂ ਇਹਨਾਂ ਨੇ ਪੰਡ ਬੰਨ੍ਹ ਕੇ ਕੰਬਲ ਦੇ ਵਿੱਚ ਜਿਹੜੀ ਹਰੀਕੇ 2 ਨਹਿਰਾਂ ਨੇ ਇਕੱਠੀਆਂ, ਉੱਥੇ ਨਹਿਰ ਦੇ ਵਿੱਚ ਸਿੱਧਾ ਸੁੱਟਿਆ। ਇਹ ਆ ਪਾਪੀ ਜ਼ਾਲਮਾਂ ਦੀ ਪੁਲਿਸ ਤੇ KP ਗਿੱਲ ਦੀ ਕਹਾਣੀ ਜਿਹੜੀ ਖਾਲੜਾ ਸਾਹਿਬ ਦੇ ਨਾਲ ਆ। ਇਹਨਾਂ ਨੂੰ ਭੋਰਾ ਨਹੀਂ ਇਹ ਤਰਸ ਹੈਗਾ ਵੀ ਇੱਕ ਅਸੀਂ ਰੱਬੀ ਰੂਹ ਦੇ ਨਾਲ ਤਸ਼ੱਦਦ ਕਰਦੇ ਪਏ ਹਾਂ। ਹੈ ਤਾਂ ਹਰ ਬੰਦਾ ਹੀ ਰੱਬੀ ਰੂਹ ਹੁੰਦਾ, ਹਰ ਘਰ ਦਾ ਪਰਿਵਾਰ ਮੈਂਬਰ ਜਿਹੜਾ ਵੀ ਉਹ ਹਰ ਇੱਕ ਦਾ ਰੱਬ ਹੀ ਹੁੰਦਾ, ਪਰ ਜੇ ਅਸੀਂ ਕੌਮ ਦੇ ਲਿਹਾਜ਼ ਨਾਲ ਦੇਖੀਏ ਤੇ ਖਾਲੜਾ ਸਾਹਿਬ ਇੱਕ ਰੱਬੀ ਰੂਹ ਸੀ। ਉਹਨਾਂ ਦੇ ਹਿਰਦੇ ਦੇ ਵਿੱਚੋਂ ਇਹ ਗੱਲਾਂ ਆਉਂਦੀਆਂ ਸੀ, ਪਤਾ ਨਹੀਂ ਜਦੋਂ ਉਹ ਬੋਲਦੇ ਸੀ ਜਾਂ ਲਿਖਦੇ ਸੀ, ਐਂ ਲੱਗਦਾ ਸੀ ਵੀ ਮੈਂ ਕਈ ਵਾਰੀ ਕਹਿਣਾ ਵੀ ਯਾਰ ਇਹਨੂੰ ਇੱਕ ਵਾਰੀ ਰੱਖ ਲਿਖ ਲਾ, ਕਿਤੇ ਅੱਖਰ ਕਈ ਵਾਰੀ ਵੀ ਕੱਟਣਾ ਪੈਂਦਾ। ਉਹਦੀ ਇੰਨੀ ਪਕੜ ਸੀ, ਬੜੇ ਬੜੇ ਵਿਦਵਾਨ ਬਣ ਜਾਂਦਾ ਸੀ ਵੀ ਜਦੋਂ ਸਾਹਮਣੇ ਬੈਠਿਆ ਪ੍ਰੈਸ ਨੋਟ ਜਾਰੀ ਕਰਨਾ ਜਾਂ ਕੁਝ ਲਿਖਣਾ। ਉਹਨੇ ਮੈਨੂੰ ਇੱਕ ਵਾਰੀ ਕਿਹਾ, ਕਹਿੰਦਾ ਯਾਰ ਜਦੋਂ ਮੈਂ ਰਫ ਲਿਖ ਲਿਆ ਨਾ ਤੇ ਦੁਬਾਰਾ ਲਿਖਣ ਲੱਗਾ ਪੱਕੇ ਵਰਕੇ ਤੇ ਉਹਨੇ ਚਿਰ ਨੂੰ ਟਾਈਮ ਹੋਰ ਹੋ ਜਾਣਾ, ਤੇ ਉਦੋਂ ਮੇਰੇ ਚਿਰ ਨੂੰ ਉਹਨੇ ਚਿਰ ਨੂੰ ਮੇਰੇ ਵਿਚਾਰ ਹੋਰ ਬਦਲ ਜਾਣੇ ਆ। ਤੇ ਖਾਲੜਾ ਸਾਹਿਬ ਸੀ ਜਿਹੜੇ ਕਦੀ ਰਫ ਨਹੀਂ ਸੀ ਲਿਖਦੇ। ਉਹਨਾਂ ਦੀਆਂ ਲਿਖਤਾਂ ਅੱਜ ਵੀ ਪਰਿਵਾਰ ਨੇ ਹੋ ਸਕਦਾ ਸਾਂਭੀਆਂ ਹੋਣਗੀਆਂ। ਕੋਈ ਪੁਰਾਣੀਆਂ ਚਿੱਠੀਆਂ ਥੋੜ੍ਹੀਆਂ ਬਹੁਤੀਆਂ ਕਿਤੇ ਵਿਸ਼ੇ ਨਾਲ ਸੰਬੰਧਿਤ ਨਹੀਂ, ਹੋਰ ਸਮਾਜਿਕ ਕੰਮਾਂ ਕਾਰਾਂ ਬਾਰੇ ਕੋਈ ਮੇਰੇ ਕੋਲ ਵੀ ਪਈਆਂ ਨੇ। ਜਿਹੜੀ ਉਹਦੀ ਸ਼ਬਦਾਵਲੀ ਬੋਲਣ ਦਾ ਸਾਰਾ ਜੋ ਉਹ ਇੱਕ ਐਂ ਲੱਗਦਾ ਸੀ ਵੀ ਕਿਤੋਂ ਪਿੱਛੋਂ ਹੀ ਉਹ ਸਾਰਾ ਕੁਝ ਆ ਰਿਹਾ ਹੁੰਦਾ। ਵਰਡ ਦਾ ਗਿਆਨ ਹਰ ਮੁਲਕ ਦੇ ਵਿੱਚ
ਕਿਸ ਤਰ੍ਹਾਂ ਰਾਜ ਆਏ, ਕਿਸ ਤਰ੍ਹਾਂ ਪਲਟੇ ਹੋਏ। ਖਾਲੜਾ ਸਾਹਿਬ ਇਹ ਵੀ ਬਾਰ-ਬਾਰ ਕਹਿੰਦੇ ਸੀ 50 ਸਾਲਾਂ ਬਾਅਦ ਹਿੰਦੁਸਤਾਨ ਆਪਣਾ ਇੰਡੀਆ ਦਾ ਨਕਸ਼ਾ ਆਪਣਾ ਦੁਨੀਆ ਦਾ ਨਕਸ਼ਾ ਬਦਲਦਾ 50 ਸਾਲਾਂ ਬਾਅਦ। ਮੈਂ ਕਈ ਵਾਰੀ ਕਹਿਣਾ ਕਿ ਯਾਰ ਤੇਰੇ ਸਮੇਂ ਦੇ ਵਿੱਚ ਕੋਈ ਦੇਸ਼ ਨਵਾਂ ਨਹੀਂ ਬਣਿਆ। ਉਹਨਾਂ ਨੇ ਕਿਹਾ ਵੀ ਜਰਮਨ 2 ਦੇਸ਼ਾਂ ਤੋਂ ਇੱਕ ਹੋ ਗਿਆ ਤੇ ਆਪਣੇ ਆਪ ਹੀ ਦੁਨੀਆ ਦਾ ਨਕਸ਼ਾ ਬਦਲ ਗਿਆ। ਕਈ ਦੇਸ਼ ਵੱਖ ਹੋ ਰਹੇ ਨੇ, ਕਈ ਦੇਸ਼ ਇੱਕ ਹੋ ਰਹੇ ਨੇ। ਇਹ ਜਿਹੜਾ ਸਾਰਾ ਕੁਝ ਕਿਸੇ ਦੇ ਪਿਓ ਦਾ ਨਹੀਂਗਾ, ਇਹ ਲੋਕਾਂ ਦਾ ਸਾਰਾ ਕੁਝ। ਜੇ ਲੋਕ ਚਾਹਣ ਕਿ ਸਾਨੂੰ ਵੱਖਰੇ ਕਰਕੇ ਅਮਨ ਸ਼ਾਂਤੀ ਹੁੰਦੀ ਆ ਤੇ ਫਿਰ ਇਹ ਕਿਤਾ ਕਿ ਪਹਾੜ ਡਿੱਗ ਪੈਣ ਲੱਗਾ। ਜੇ ਕਸ਼ਮੀਰ ਵਾਲੇ ਲੋਕ ਕਹਿੰਦੇ ਵੀ ਸਾਨੂੰ ਵੱਖਰਾ ਸਾਡਾ ਸੂਬਾ ਦਿਓ, ਸਾਨੂੰ ਇੱਕ ਇੱਥੇ 370 ਧਾਰਾ ਵੀ ਉਹਨਾਂ ਦੀ ਰੱਦ ਕਰ ਦਿੱਤੀ। ਇੰਨਾ ਜ਼ੁਲਮ ਕਰ ਦਿੱਤਾ। ਦੇਖੋ ਕਿਹੜੀਆਂ ਕਿਹੜੀਆਂ ਕਹਾਣੀਆਂ ਤੁਹਾਨੂੰ ਦੱਸੀਏ ਤਾਂ ਪਤਾ ਨਹੀਂ, ਆਪਾਂ ਦਿਨ ਰਾਤ ਵੀ ਲੱਗੇ ਰਹੀਏ। ਤੇ ਜਿਹੜੇ ਭਾਰਤੀ ਹਾਕਮ ਨੇ RSS ਇਹਨਾਂ ਦੇ ਮਗਰ ਹੁਣ ਤਾਂ ਸ਼ਰੇਆਮ ਹੈ। ਤਾਂ ਪਹਿਲਾਂ ਇੰਦਰਾ ਗਾਂਧੀ ਦੇ ਟਾਈਮ ਤੇ ਵੀ ਮਗਰ RSS ਸੀ, ਪਰ ਹੁਣ ਤਾਂ ਸ਼ਰੇਆਮ ਹੀ RSS ਵਾਲੇ ਆਣ ਕੇ ਉਹ ਬਿਨਾਂ ਕਿਸੇ ਡਰ ਤੋਂ ਇਹ ਕਹਿ ਰਹੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਪਿਆ। ਆ ਸੂਰੀ ਦੀ ਕੱਲ੍ਹ ਮੌਤ ਹੋਈ ਆ, ਉਹਦੀਆਂ ਵੀਡੀਓ ਹੁਣ ਲਗਾਤਾਰ ਆ ਰਹੀਆਂ ਛੋਟੀਆਂ। ਉਹ ਸ਼ਰੇਆਮ ਕਹਿ ਰਹੇ ਵੀ ਇਹ ਹਿੰਦੂਆਂ ਦਾ ਮੁਲਕ। ਮੈਂ ਤਾਂ ਹੈਰਾਨ ਆ ਵੀ ਉਹਨੂੰ ਕਿਸੇ ਨੇ ਟੋਕਿਆ ਨਹੀਂ। ਕੋਈ ਜਿਹੜੀ ਵਿਸ਼ਵ ਹਿੰਦੂ ਪ੍ਰੀਸ਼ਦ ਇਸ ਟਾਈਮ ਤੇ ਉਹ ਬਣੀ ਆ ਵੱਡੀ, ਮੋਦੀ ਦਾ ਰਾਜ ਕਰਕੇ, ਕਿਸੇ ਦੇ ਮੂੰਹੋਂ ਨਹੀਂ ਸ਼ਬਦ ਨਿਕਲੇ ਵੀ ਇਹ ਗਲਤ ਬੋਲ ਰਿਹਾ। ਕਿਉਂਕਿ ਖੁੱਲੀਆਂ ਛੁੱਟੀਆਂ ਦਿੱਤੀਆਂ। ਭਾਵੇਂ ਕਿਸੇ ਮੁਸਲਮਾਨ ਪੈਗੰਬਰ ਦੀ ਤੁਸੀਂ ਬੇਇੱਜ਼ਤੀ ਕਰੋ, ਭਾਵੇਂ ਮੁਸਲਮਾਨਾਂ ਦੇ ਖਿਲਾਫ ਬੋਲੋ। ਜਿਹੜਾ ਮੁਸਲਮਾਨਾਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਬੋਲੇਗਾ ਉਹਨੂੰ ਤਾਂ ਇਹ ਕਹਿੰਦੇ ਵੀ ਇਹ ਭਾਰਤੀ ਰਾਸ਼ਟਰ ਦਾ ਖਾਸ ਹਿੱਸਾ ਬੰਦਾ। ਤੇ ਜੇ ਭਾਰਤੀ ਰਾਸ਼ਟਰ ਦੇ ਵਿੱਚ ਰਹਿੰਦਿਆਂ ਘੱਟ ਗਿਣਤੀਆਂ ਨੇ ਜਿਹੜੀਆਂ ਆਪਣਾ ਸਿੱਖ ਤੇ ਖਾਸ ਕਰਕੇ ਮੁਸਲਮਾਨ ਆ ਕਸ਼ਮੀਰ ਦੇ ਜਾਂ ਹੋਰ ਸੂਬਿਆਂ ਦੇ, ਉਹ ਆਪਣੀ ਗੱਲ ਵੀ ਕਰਦੇ ਤੇ ਉਹਨੂੰ ਕਹਿੰਦੇ ਵੀ ਇਹ ਤਾਂ ਪਾਕਿਸਤਾਨੀ ਆ। ਇਹ ਬੜਾ ਬਕਵਾਸ ਕਰਦੇ ਨੇ। ਕਹਿੰਦੇ ਜੇ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਾਂਝ ਆ ਤੇ ਫਿਰ ਪਾਕਿਸਤਾਨ ਦੇ ਵਿੱਚ ਚਲੇ ਜਾਣ। ਘਰੇਲਾ ਸਾਹਿਬ, ਤੁਸੀਂ ਉਹ ਵੀ ਟਾਈਮ ਵੇਖਿਆ, ਤੁਸੀਂ ਅੱਜ ਦਾ ਮਾਹੌਲ ਵੀ ਵੇਖ ਰਹੇ ਹੋ, ਔਰ ਜੋ ਮਾਹੌਲ ਅੱਜ ਦਾ ਬਣ ਰਿਹਾ ਹੈ, ਮੈਂ ਚਾਹਾਂਗਾ ਕਿ 1-1.5 ਮਿੰਟ ਵਾਸਤੇ ਕਿਸ ਤਰੀਕੇ ਦੇ ਨਾਲ ਲੱਗਦਾ ਕਿ ਅੱਜ ਦੇ ਮਾਹੌਲ ਦੀ ਜੇ ਗੱਲ ਕੀਤੀ ਜਾਵੇ, ਉਹ ਵੀ ਇੱਕ ਟਾਈਮ ਸੀਗਾ ਜਿਹੜਾ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਰਹੇ, ਉਹ ਸਮਾਂ ਦੇਖਿਆ। ਭਾਈ ਜਸਵੰਤ ਸਿੰਘ ਖਾਲੜਾ ਜੀ ਅੱਜ ਨਹੀਂ ਰਹੇ, ਔਰ ਹੁਣ ਦਾ ਜਿਹੜਾ ਪੰਜਾਬ ਦਾ ਮਾਹੌਲ ਹੈ, 1 ਮਿੰਟ ਵਾਸਤੇ ਇਸ ਦੇ ਬਾਰੇ ਕੀ, ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਕੇ ਵੀ ਹਟੇ ਕੁਝ। ਇਹ ਅੱਜ ਦਾ ਦੌਰ ਆ ਜਿਹੜਾ ਦੇਖਣ ਨੂੰ ਲੱਗ ਰਿਹਾ ਵੀ ਬੜੀ ਅਮਨ ਸ਼ਾਂਤੀ ਆ। ਇਹ ਅਮਨ ਸ਼ਾਂਤੀ ਬਹੁਤ ਖਤਰਨਾਕ ਆ, ਕਿਉਂਕਿ ਇਸ ਅਮਨ ਸ਼ਾਂਤੀ ਦੇ ਵਿੱਚ ਜਿਹੜਾ ਸਿੰਥੈਟਿਕ ਡਰੱਗ ਕਹਿ ਲਓ, ਕੈਮੀਕਲ ਦਵਾਈਆਂ ਕਹਿ ਲਓ, ਇਹ ਲਗਾਤਾਰ ਆ ਰਹੀਆਂ ਤੇ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਸਤੇ ਆ, ਉਹਨਾਂ ਨੂੰ ਮਾਰਨ ਵਾਸਤੇ ਆ ਸ਼ਰੇਆਮ। ਇਹਦੇ ਬਾਰੇ ਅਜੇ ਤੱਕ ਕਿਸੇ ਨੇ ਵੀ, ਪ੍ਰਕਾਸ਼ ਸਿੰਘ ਬਾਦਲਾਂ ਦਾ 2 ਵਾਰੀ ਰਾਜ ਰਿਹਾ, ਕਾਂਗਰਸ ਦਾ ਰਾਜ ਰਿਹਾ, ਨਵੀਂ ਆਮ ਆਦਮੀ ਪਾਰਟੀ ਆ, ਅਜੇ ਵੀ ਇਹਨਾਂ ਤੋਂ ਇਹ ਪਰਸੈਂਟੇਜ ਦੀ ਗੱਲ ਕਰਦੇ ਆ ਇੰਨੇ % ਘਟ ਗਿਆ। ਪਰ ਅਜੇ ਵੀ ਘਰਾਂ ਦੇ ਵਿੱਚ ਹੋਮ ਡਿਲੀਵਰੀ ਹੋ ਰਹੀ ਆ। ਅਜੇ ਤੱਕ ਕੋਈ ਸਿੱਖ ਆਗੂ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਜੋ ਮੈਂ ਸਮਝਦਾ ਵੀ ਜਿਹੜਾ ਪੰਜਾਬ ਦੇ ਮੁੱਦੇ, ਪੰਜਾਬ ਦੇ ਅਸਲੀ ਜੋ ਇੱਥੋਂ ਦੇ ਵਾਰਸ ਨੇ ਲੋਕ, ਉਹਨਾਂ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ ਵਾਸਤੇ ਅਜੇ ਤੱਕ ਨਹੀਂ ਕੋਈ ਵੀ ਹੈਗਾ। ਉੱਦਾਂ ਕਹਿਣ ਨੂੰ ਜੋ ਮਰਜ਼ੀ ਆਪਾਂ ਕਹੀ ਜਾਈਏ, ਬੜੇ ਲੈਕਚਰ ਸੁਣਦੇ ਪਏ ਆ ਸਾਰਾ ਕੁਝ, ਪਰ ਜੋ ਪੰਜਾਬ ਦੇ ਨਾਲ ਧੱਕੇ ਹੋ ਰਹੇ ਉਹਨਾਂ ਦੀ ਸ਼ਰੇਆਮ ਆਵਾਜ਼ ਉਠਾਉਣ ਵਾਲਾ ਗਿਣਤੀ ਕਰਕੇ ਵੀ ਪੰਜਾਬ ਦੇ ਨਾਲ ਆਪਾਂ ਧੱਕਿਆਂ ਦੀ ਗੱਲਾਂ ਜਿਹੜੀਆਂ ਖਾਲੜਾ ਸਾਹਿਬ ਦੇ ਟਾਈਮ ਦੀ ਗੱਲ ਕੀਤੀ ਆ। ਖਾਲੜਾ ਸਾਹਿਬ ਦਾ ਸ਼ਰੇਆਮ ਕਹਿੰਦੇ ਸੀ ਵੀ ਪੰਜਾਬ ਨੂੰ ਖੁਦ ਮੁਖਤਾਰੀ ਮਿਲੇ। ਭਾਰਤੀ ਸੰਵਿਧਾਨ ਦੇ ਵਿੱਚ ਵੀ ਲਿਖਿਆ ਵੀ ਜਿਹੜਾ ਇਹ ਹੈਗਾ ਆਪਣਾ ਇੱਕ ਜਿਹੜੀ ਸਾਡਾ ਹੈਗਾ ਆ, ਇਹ ਬਹੁ ਕੌਮੀ ਸਾਡਾ ਦੇਸ਼ ਆ। ਇਹ ਵੱਖ-ਵੱਖ ਕੌਮਾਂ ਨੇ ਜਿਹੜੀਆਂ, ਉਹਨਾਂ ਨੂੰ ਜਿਸ ਤਰ੍ਹਾਂ ਕਸ਼ਮੀਰ ਵਾਲਿਆਂ ਨੇ ਉਹਨਾਂ ਨੂੰ 370 ਧਾਰਾ ਸੀ, ਜਿਹੜੀ ਹਿਮਾਚਲ ਆ ਉਹਨਾਂ ਦੇ ਵਿੱਚ ਇੱਕ ਮਿੰਨੀ 370 ਧਾਰਾ, ਕਿਉਂਕਿ ਉੱਥੇ ਕੋਈ ਪ੍ਰਾਪਰਟੀ ਖਰੀਦ ਨਹੀਂ ਸਕਦਾ। ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ। ਇੱਧਰ ਆ ਮੇਰੇ ਖਿਆਲ ਕੁਝ ਹੋਰ ਸਟੇਟਾਂ ਵੀ ਹੈਗੀਆਂ ਨੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਰੂਲ ਲਾਗੂ ਆ। ਕੱਲਾ ਪੰਜਾਬ ਆ ਜਿੱਥੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਕੋ ਆ ਜਾਵੇ, ਇੱਥੇ ਹਰ ਇੱਕ ਨੂੰ ਵੈਲਕਮ ਆ। ਬੜੀ ਸਾਜ਼ਿਸ਼ ਦੇ ਨਾਲ, ਜਿਸ ਤਰ੍ਹਾਂ ਚੰਡੀਗੜ੍ਹ ਅੱਜ ਜੇ ਰਾਇਸ਼ਮਾਰੀ ਕੀਤੀ ਜਾਵੇ ਤੇ ਚੰਡੀਗੜ੍ਹ ਅਸੀਂ ਪੰਜਾਬ ਤੋਂ, ਹਿੰਦੁਸਤਾਨ ਤੋਂ ਹੁਣ ਲੈ ਨਹੀਂ ਸਕਦੇ, ਕਿਉਂਕਿ ਉੱਥੇ ਸਾਰੇ ਦੇ ਸਾਰੇ ਗੈਰ ਪੰਜਾਬੀ ਆਵਸੇ ਆ। ਸਿੱਖਾਂ ਦੀ ਤਾਂ ਗੱਲ ਛੱਡੋ ਵੀ ਸਾਰਾ ਜਿਹੜਾ ਚੰਡੀਗੜ੍ਹ ਆ ਉਹ ਗੈਰ ਪੰਜਾਬੀਆਂ ਦੀ ਬਹੁਤ ਗਿਣਤੀ ਉੱਥੇ ਹੋ ਗਈ ਆ। ਉੱਥੇ ਕੱਲ੍ਹ ਨੂੰ ਇਹ ਲੋਕ ਕਹਿਣਗੇ, ਉਹ ਸਾਰੇ ਕਹਿਣਗੇ ਵੀ ਸਾਡੀ ਮਾਤ ਭਾਸ਼ਾ ਹਿੰਦੀ ਆ ਤੇ ਹਿੰਦੀ ਲਾਗੂ ਕਰੋ। ਅੱਜ ਸ਼ਰੇਆਮ ਪੰਜਾਬ ਤੋਂ ਚੰਡੀਗੜ੍ਹ ਖੋਹ ਲਿਆ ਗਿਆ। ਉਹਦੀ ਗੱਲ ਤਾਂ ਐਂ ਲੱਗਦਾ ਪਿਆ ਵੀ ਸੁਪਨੇ ਦੇ ਵਿੱਚ ਹੀ ਆ। ਜਿਸ ਤਰ੍ਹਾਂ ਨਹਿਰੀ ਪਾਣੀ ਵੀ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਐਂ ਲੱਗਦਾ ਪਿਆ ਵੀ ਜੇ ਕਿਸੇ ਨੇ ਆਵਾਜ਼ ਨਾ ਉਠਾਈ, ਜਿਸ ਤਰ੍ਹਾਂ ਚੰਡੀਗੜ੍ਹ ਖੁੱਸ ਗਿਆ, ਉਸੇ ਤਰ੍ਹਾਂ ਪਾਣੀ ਵੀ ਜੇ ਕਿਤੇ ਖੁੱਸ ਗਏ ਤੇ ਫਿਰ ਕੋਈ ਘਰ ਘਾਟ ਨਹੀਂ ਹੋਣਾ ਪੰਜਾਬੀਆਂ ਦਾ, ਸਿਵਾਏ ਇੱਥੇ ਸਮਝ ਲਓ ਵੀ ਐਵੇਂ ਜੂਨ ਪੂਰੀ ਆਪਾਂ ਕਰ ਸਕਦੇ ਹਾਂ। ਤੇ ਜਿਹੜੀ ਮੈਂ ਕਹਿੰਦਾ ਵੀ ਚਲੋ
ਸਾਡੇ ਜਿਹੜੇ ਨੌਜਵਾਨ ਨੇ, ਅਸੀਂ ਮੇਰੇ ਮਨ ਦੀ ਗੱਲ ਆ ਵੀ ਜੇ ਸਾਡੇ ਵਰਗੇ ਵੀ ਨਹੀਂ ਕੁਝ ਕਰਦੇ ਤੇ ਘੱਟੋ ਘੱਟ ਅਸੀਂ ਬਾਤਾਂ ਤਾਂ ਸੁਣਾ ਦਈਏ ਵੀ ਸਾਡਾ ਆਹ ਰਾਜ ਭਾਗ ਸਾਡਾ ਹੋਵੇ ਤੇ ਇਹਦੇ ਵਿੱਚ ਆਹ ਹੱਕ ਸਾਨੂੰ ਮਿਲਣ, ਤੇ ਉਹ ਵੀ ਭਾਰਤੀ ਕਾਨੂੰਨ ਦੇ ਮੁਤਾਬਕ ਹੀ ਅਸੀਂ ਗੱਲ ਕਰਦੇ ਹਾਂ। ਖਾਲੜਾ ਸਾਹਿਬ ਬਾਰੇ ਇੱਕ ਗੱਲ ਹੋਰ ਸਪਸ਼ਟ ਕਰਦੀ ਹੈ, ਖਾਲੜਾ ਸਾਹਿਬ ਆਪਣੇ ਜਿਉਂਦੇ ਜੀ ਭਾਰਤੀ ਕਾਨੂੰਨ ਤੋਂ ਬਾਹਰ ਉਹਨਾਂ ਨੇ ਇੱਕ ਸ਼ਬਦ ਨਹੀਂ ਬੋਲਿਆ, ਜਿਹੜੇ ਉਸ ਟਾਈਮ ਦੇ ਵੀ ਜਾਂ ਅੱਜ ਵੀ ਕਈਆਂ ਨੂੰ ਬੜਾ ਖੜਕਦਾ ਰੜਕਦਾ ਜਸਵੰਤ ਸਿੰਘ ਖਾਲੜਾ ਸਾਹਿਬ ਦਾ ਚੈਲੰਜ ਸੀ ਵੀ ਅਸੀਂ ਭਾਰਤੀ ਕਾਨੂੰਨ ਦੇ ਮੁਤਾਬਕ ਗੱਲ ਕਰਦੇ ਪਏ ਹਾਂ। ਜੇ ਲਾਸ਼ਾਂ ਲੈਣ ਦਾ ਮੁੱਦਾ ਹੈ ਜਾਂ ਇਹਨਾਂ ਬਾਰੇ ਕੋਈ ਤਸ਼ੱਦਦ ਜੋ ਹੋ ਰਿਹਾ ਉਹਦੇ ਖਿਲਾਫ ਜਾਂ ਸਾਡੇ ਜਿਹੜੇ ਹੱਕ ਨੇ ਪੰਜਾਬੀਆਂ ਦੇ, ਉਹ ਕੋਈ ਗੱਲ ਨਹੀਂ ਸੀ ਵੀ ਇਹਦੇ ਵਿੱਚ ਕੋਈ ਧਰਮ ਦੀ ਗੱਲ ਸੀ। ਕੋਈ ਸਾਡਾ ਜਿਹੜਾ ਇਹ ਪੰਜਾਬ ਆ, ਪੰਜਾਬ ਵਾਸਤੇ ਅਸੀਂ ਜਾਂ ਖਾਲੜਾ ਸਾਹਿਬ ਜੋ ਲਗਾਤਾਰ ਮੋਰਚਾ ਲਾਉਂਦੇ ਰਹੇ ਜਾਂ ਜਿਹੜੀ ਆਵਾਜ਼ ਉਠਾਉਂਦੇ ਰਹੇ, ਸਿਰਫ ਤੇ ਸਿਰਫ ਭਾਰਤੀ ਕਾਨੂੰਨ ਦੇ ਮੁਤਾਬਕ। ਜੇ ਤਾਂ ਭਾਰਤੀ ਕਾਨੂੰਨ ਦੇ ਮੁਤਾਬਕ ਹੀ ਲੋਕਾਂ ਨੇ ਨਹੀਂ ਬਖਸ਼ਣ ਦੇ, ਤੇ ਜੇ ਕੋਈ ਭਾਰਤੀ ਇਹਦੇ ਕਾਨੂੰਨ ਤੋਂ ਬਾਅਦ ਗੱਲ ਕੋ ਕਰਦਾ ਤੇ ਫਿਰ ਉਹਦੇ ਨਾਲ ਕੀ ਤਸ਼ੱਦਦ ਹੋਵੇਗਾ। ਆਹ ਗੱਲ ਆ ਬਾਰ-ਬਾਰ ਮੈਂ ਕਹਿੰਦਾ ਵੀ ਤੁਹਾਡੇ ਚੈਨਲ ਵਾਲੇ ਸਾਰੇ ਸਰੋਤੇ ਸੁਣਨ ਵੀ ਜੋ ਖਾਲੜਾ ਸਾਹਿਬ ਕਹਿੰਦੇ ਰਿਹਾ ਭਾਰਤੀ ਕਾਨੂੰਨ ਦੇ ਮੁਤਾਬਕ ਉਹ ਸਾਰਾ ਕੁਝ ਮੰਗਦੇ ਸੀ, ਉਹ ਵੀ ਨਹੀਂ ਅਗਲਿਆਂ ਨੇ ਦਿੱਤਾ ਤੇ ਉਹਨਾਂ ਦੇ ਅਣਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਹ ਜੱਗੋਂ ਤੇਰ ਵੀ ਕਹਿ ਲਓ ਵੀ ਅਸੀਂ ਤੁਹਾਨੂੰ ਰੋਣ ਵੀ ਨਹੀਂ ਦੇਣਾ, ਤੁਹਾਨੂੰ ਹੱਕ ਵੀ ਨਹੀਂ ਦੇਣੇ, ਜੋ ਮਰਜ਼ੀ ਕਰ ਲਓ ਤੁਸੀਂ, ਕਿਉਂਕਿ ਬਹੁਤ ਗਿਣਤੀ ਸਾਡਾ ਰਾਜ ਆ ਸਿਸਟਮ ਸਾਰਾ ਕੁਝ। ਘਰਿਆਲਾ ਸਾਹਿਬ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਤੁਸੀਂ ਆਏ। ਸੋ ਘਰਿਆਲਾ ਸਾਹਿਬ ਨੇ ਬੜਾ ਡਿਟੇਲ ਦੇ ਵਿੱਚ ਜਿਹੜਾ ਦੱਸਿਆ, ਔਰ ਭਾਈ ਜਸਵੰਤ ਸਿੰਘ ਜੀ ਖਾਲੜਾ ਦੇ ਨਾਲ ਰਹੇ। ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਕੈਮਰਾਮੈਨ ਸ਼ੀਸ਼ ਦੇ ਨਾਲ ਮੈਂ ਦਲਜੀਤ ਸਿੰਘ, ਰੋਜ਼ਾਨਾ ਪ੍ਰਾਈਮ ਨਿਊਜ਼ ਤਰਨਤਾਰਨ।